ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 261 ਤੇ ਉਤੋਂ 7ਵੀਂ ਪੰਕਤੀ ਹੈ, ਪੌੜੀ ਲਿਖਿਆ ਹੋਇਆ। ਪੌੜੀ ਹਿੰਦੀ 'ਚ ਪਬੜੀ ਕਹਿੰਦੇ ਨੇ, ਪੰਜਾਬੀ 'ਚ ਪੌੜੀ ਕਹਿੰਦੇ। ਸ਼ਬਦੀ ਅਰਥ ਹੈ ਸਿੱਖਿਆ। ਗੁਰੂ ਮਹਾਰਾਜ ਕਹਿੰਦੇ, ਖੇਲਤ ਖੇਲਤ ਆਇਓ ਅਨੇਕ ਜੋਨ ਦੁੱਖ ਪਾਏ। ਖੇਲਤ ਖੇਲਤ ਭਾਵ ਹੈ ਮਨੁੱਖਾ ਜੀਵਨ ਦੀ ਖੇਡ ਖੇਡਦੇ ਹਾਂ, ਜੀਵਨ ਦੀ ਬਾਜ਼ੀ ਖੇਡ ਖੇਡਦੇ ਹਾਂ, ਅਨੇਕਾਂ ਜੂਨਾਂ 'ਚ ਭਟਕਦੇ ਹਾਂ, ਦੁੱਖ ਪਾਏ, ਬੜੇ ਦੁੱਖ ਪਾਏ। ਜੀਵਨ ਦੀ ਬਾਜ਼ੀ ਖੇਡਦੇ ਹਾਂ, ਅਨੇਕਾਂ ਜੂਨਾਂ 'ਚ ਭਟਕਦੇ ਹਾਂ, ਕਹਿੰਦੇ ਬੜੇ ਦੁੱਖ ਪਾਏ। ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ। ਗੁਰੂ ਦੇ ਮਿਲਣ ਨਾਲ ਕੀ ਹੋਇਆ? ਖੇਦ ਮਿਟੇ, ਸਾਰੇ ਦੁੱਖ ਖਤਮ ਹੋ ਗਏ। ਸਤਿਗੁਰ ਬਚਨ ਸਮਾਏ, ਅਤੇ ਗੁਰੂ ਦੇ ਬਚਨਾਂ 'ਤੇ ਚੱਲ ਕੇ ਮਨੁੱਖ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ, ਲੀਨ ਹੋ ਜਾਂਦਾ। ਸੋ ਨਿਗੁਰੇ ਸੀ, ਬਾਣੀ ਪੜ੍ਹਦੇ ਨਹੀਂ ਸੀ, ਨਾਮ ਜਪਦੇ ਨਹੀਂ ਸੀ, ਅਸੀਂ ਅਨੇਕਾਂ ਜੂਨੇ 'ਚ ਭਟਕਦੇ ਰਹੇ, ਦੁਖੀ ਹੁੰਦੇ ਰਹੇ। ਫਿਰ ਕਹਿੰਦੇ ਗੁਰੂ ਮਿਲਿਆ, ਉਹਦੀ ਸੰਗਤ ਕੀਤੀ, ਗੁਰੂ ਦੇ ਬਚਨਾਂ ਦੀ ਕਮਾਈ ਕੀਤੀ, ਫਿਰ ਪਰਮਾਤਮਾ 'ਚ ਲੀਨ ਹੋ ਗਏ, ਸਾਰੇ ਦੁੱਖ ਮਿਟ ਗਏ। ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ। ਖਿਮਾ ਗਹੀ, ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ, ਸੱਚ ਸੰਚਿਓ, ਪਰਮਾਤਮਾ ਦਾ ਨਾਮ ਧਨ ਇਕੱਠਾ ਕੀਤਾ, ਸੰਚਿਓ ਇਕੱਠਾ ਕੀਤਾ, ਸੱਚ ਭਾਵ ਪਰਮਾਤਮਾ ਦਾ ਨਾਮ। ਜਿਨ੍ਹਾਂ ਨੇ ਨਿਮਰਤਾ ਧਾਰਨ ਕਰਕੇ ਪਰਮਾਤਮਾ ਦੇ ਨਾਮ ਨੂੰ ਇਕੱਠਿਆਂ ਕੀਤਾ। ਖਾਇਓ ਅੰਮ੍ਰਿਤ ਨਾਮ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਹੀ ਭੋਜਨ ਬਣਾ ਲਿਆ। ਕਿਉਂ? ਇੱਕ ਤਾਂ ਸਰੀਰਕ ਭੋਜਨ ਹੈ, ਉਹ ਨਾਮ ਨਾਲ ਭੁੱਖ ਨਹੀਂ ਲੈਂਦੀ। ਇੱਕ ਆਤਮਿਕ ਭੁੱਖ ਹੈ, ਉਹ ਨਾਮ ਨਾਲ ਲੈਂਦੀ। ਸੋ ਪਰਮਾਤਮਾ ਦੇ ਨਾਮ ਨੂੰ ਉਸਨੇ ਆਤਮਿਕ ਭੁੱਖ ਬਣਾਇਆ, ਉਹ ਖਾਧਾ। ਫਿਰ ਜਦੋਂ ਇਹ ਤਿੰਨ ਕੰਮ ਕੀਤੇ, ਨਿਮਰਤਾ ਧਾਰਨ ਕੀਤੀ, ਨਾਮ ਧਨ ਇਕੱਠਾ ਕੀਤਾ, ਨਾਮ ਅੰਮ੍ਰਿਤ ਨੂੰ ਖਾਧਾ, ਖਰੀ ਕਿਰਪਾ ਠਾਕੁਰ ਭਈ, ਪਰਮਾਤਮਾ ਦੀ ਬਹੁਤ ਕਿਰਪਾ ਹੋ ਗਈ। ਆਨੰਦ ਸੁਖ ਵਿਸਰਾਮ, ਆਨੰਦ ਦੀ ਪ੍ਰਾਪਤੀ ਹੋ ਗਈ, ਸੁੱਖਾਂ ਦੀ ਪ੍ਰਾਪਤੀ ਹੋ ਗਈ। ਮਨ ਜਿਹੜਾ ਹੈ ਅਡੋਲ ਹੋ ਗਿਆ, ਵਿਸ਼ਰਾਮ 'ਚ ਆ ਗਿਆ। ਪਹਿਲਾਂ ਭਟਕਦਾ ਰਹਿੰਦਾ ਸੀ, ਹੁਣ ਟਿਕ ਗਿਆ। ਖੇਪ ਨਿਵਾਹੀ ਬਹੁਤ ਲਾਭ, ਘਰ ਆਏ ਪਤਵੰਤ। ਖੇਪ ਹੁੰਦਾ ਸੌਦਾ ਜਿਹੜਾ ਖਰੀਦਿਆ ਸੀ। ਨਾਮ ਦਾ ਸੌਦਾ ਜਿਨ੍ਹਾਂ ਨੇ ਅਖੀਰ ਤੱਕ ਨਿਭਾ ਦਿੱਤਾ, ਬਹੁਤ ਲਾਭ ਹੋਇਆ ਉਹਨਾਂ ਨੂੰ। ਖੇਪ ਨਿਵਾਹੀ ਬਹੁਤ ਲਾਭ, ਬਹੁਤ ਲਾਭ ਹੋਇਆ। ਘਰ ਆਏ ਪਤਵੰਤ, ਇੱਜ਼ਤ ਸਹਿਤ ਆਪਣੇ ਘਰ ਵਾਪਸ ਆਏ। ਕਿਉਂ? ਇਹ ਨਾਮ ਦਾ ਸੌਦਾ ਧੁਰ ਤੱਕ ਨਿਭ ਗਿਆ। ਖਰਾ ਦਿਲਾਸਾ ਗੁਰ ਦੀ, ਗੁਰੂ ਨੇ ਬੜੀ ਸ਼ਾਬਾਸ਼ ਦਿੱਤੀ ਵੀ ਬਹੁਤ ਅੱਛਾ ਕੀਤਾ, ਸ਼ਾਬਾਸ਼। ਆਏ ਮਿਲੇ ਭਗਵੰਤ, ਨਾਲੇ ਪਰਮਾਤਮਾ ਆ ਕੇ ਮਿਲ ਪਿਆ। ਸੋ ਅੰਤਲੇ ਸਮੇਂ ਤੱਕ ਜਿਹੜਾ ਨਾਮ ਹੈ ਉਹ ਜਪਦੇ ਰਹਿਣਾ ਹੈ। ਆਪਨ ਕੀਆ ਕਰੈ ਆਪ, ਆਗੇ ਪਾਛੈ ਆਪ। ਪਰਮਾਤਮਾ ਨੇ ਆਪ ਹੀ ਸਭ ਕੁਛ ਕੀਤਾ, ਕਰੇ ਆਪ। ਹੇ ਪਰਮਾਤਮਾ, ਆਪ ਹੀ ਤੂੰ ਕਰਦਾ ਹੈ। ਆਗੇ ਪਾਛੈ ਆਪ, ਲੋਕ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਤੂੰ ਹੀ ਹੈ, ਤੂੰ ਹੀ ਕਰਨ ਵਾਲਾ। ਤੂੰ ਆਪ ਹੀ ਸਭ ਕੁਛ ਕੀਤਾ, ਆਪ ਹੀ ਕਰ ਰਿਹਾ ਹੈ। ਤੂੰ ਹੀ ਲੋਕ ਪਰਲੋਕ ਦੇ ਵਿੱਚ ਸਾਡਾ ਸਹਾਈ ਹੈ। ਨਾਨਕ ਸੋ ਸਰਾਹੀਐ, ਜੇ ਘਟ ਘਟ ਰਿਹਾ ਵਿਆਪ। ਕਹਿੰਦੇ ਉਹ ਸਰਾਹੀ ਹੈ, ਸਲਾਹੀ ਹੈ।
ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਜੇ ਮੈਨੇ ਜਿਹੜਾ ਘਟ ਘਟ ਰਿਹਾ ਵਿਆਪ, ਜਿਹੜਾ ਹਰ ਸਰੀਰ ਦੇ ਵਿੱਚ ਵਸਦਾ ਹੈ, ਜਿਹੜਾ ਹਰ ਸਰੀਰ ਦੇ ਵਿੱਚ ਵਸ ਰਿਹਾ ਹੈ, ਕਹਿੰਦਾ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਅਤੇ ਹਰ ਇੱਕ ਸਰੀਰ 'ਚ ਪਰਮਾਤਮਾ ਹੀ ਵਸ ਰਿਹਾ ਹੈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸ਼ਲੋਕ ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਹੇ ਕਿਰਪਾ ਨਿਧ, ਨਿਧ ਖਜ਼ਾਨੇ ਨੂੰ ਕਹਿੰਦੇ ਨੇ, ਹਿੰਦੀ ਦਾ ਸ਼ਬਦ ਹੈ ਨਿਧੀ, ਉਹਨੂੰ ਆਪਾਂ ਗੁਰਬਾਣੀ ਨਿਧ ਪੜ੍ਹਦੇ ਹਾਂ। ਹੇ ਕਿਰਪਾ ਨਿਧ, ਹੇ ਕਿਰਪਾ ਦੇ ਖਜ਼ਾਨੇ, ਹੇ ਦਿਆਲ ਪਰਮਾਤਮਾ, ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ। ਆਏ ਪ੍ਰਭ ਸ਼ਰਨਾਗਤ, ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ। ਏਕ ਅੱਖਰ ਹਰ ਮਨ ਬਸਤ, ਏਕ ਅੱਖਰ ਪਾ ਪਰਮਾਤਮਾ ਦਾ ਨਾਮ, ਹਰੀ ਦੇ ਨਾਮ ਦਾ ਇੱਕ ਅੱਖਰ, ਇੱਕ ਕਿਨਕਾ ਪਾ ਪਰਮਾਤਮਾ ਦਾ ਨਾਮ ਜਿਹਦੇ ਮਨ 'ਚ ਵਸ ਗਿਆ ਨਾ, ਨਾਨਕ ਹੋਤ ਨਿਹਾਲ, ਉਹ ਤਾਂ ਨਿਹਾਲ ਹੋ ਜਾਂਦਾ ਹੈ। ਕਿਉਂਕਿ ਉਸ 'ਤੇ ਗੁਰੂ ਦੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹ ਫਿਰ ਹਮੇਸ਼ਾ ਖੁਸ਼ ਰਹਿੰਦਾ ਹੈ। ਨਿਹਾਲ ਹੋ ਗਿਆ। ਇੱਕ ਵਾਰੀ ਸਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਬੈਠੇ ਨੇ, ਉਹਨਾਂ ਦੇ ਇੱਕ ਸਿੱਖ ਭਾਈ ਗੋਂਦਾ, ਉਹ ਕਾਬਲ ਬੈਠਾ ਹੈ, ਆਪਸੀ ਪਿਆਰ ਸੀ। ਉਹ ਅੰਮ੍ਰਿਤ ਵੇਲੇ ਨਹਾ ਧੋ ਕੇ ਉਹਨੇ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ ਅਤੇ ਸਿਮਰਨ ਕਰਨ ਲੱਗ ਪਿਆ। ਸੁਰਤ ਦੇ ਨਾਲ ਉਸਨੇ ਗੁਰੂ ਮਹਾਰਾਜ ਦੇ ਚਰਨ ਪਕੜ ਲਏ। ਗੁਰੂ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਕਾਬਲ 'ਚ ਬੈਠੇ ਭਾਈ ਗੋਂਦੇ ਨੇ ਮੇਰੇ ਚਰਨ ਫੜੇ ਨੇ। ਗੁਰੂ ਮਹਾਰਾਜ ਦਾ ਪਿਆਰ ਦੇ ਕੇ ਬੈਠੇ ਰਹੇ। ਦਿਨ ਚੜ੍ਹ ਗਿਆ, ਸੂਰਜ ਨਿਕਲ ਆਇਆ, ਸੰਗਤ ਆ ਗਈ ਹੈ ਦਰਸ਼ਨਾਂ ਨੂੰ। ਗੁਰੂ ਮਹਾਰਾਜ ਉਸੇ ਤਰ੍ਹਾਂ ਅੱਖਾਂ ਬੰਦ ਕਰਕੇ ਬੈਠੇ ਨੇ, ਸੰਗਤ ਸਾਹਮਣੇ ਚੁੱਪ ਕਰਕੇ ਬੈਠੀ ਹੋਈ ਹੈ। ਕੋਈ ਦੇਰ ਬਾਅਦ ਗੁਰੂ ਅੱਖਾਂ ਖੋਲ੍ਹੀਆਂ, ਹੱਥ ਉੱਪਰ ਕਰਕੇ ਕਹਿੰਦਾ, ਸਿੱਖਾ ਨਿਹਾਲ ਨਿਹਾਲ ਨਿਹਾਲ। ਸੰਗਤ ਨੇ ਪੁੱਛਿਆ, ਮਹਾਰਾਜਾ ਜੀ ਕਿਸ ਨੂੰ ਨਿਹਾਲ ਕੀਤਾ? ਕਹਿੰਦੇ ਭਾਈ ਗੋਂਦਾ ਵੇ ਕਾਬਲ 'ਚ ਬੈਠਾ ਸੀ, ਉਹਨੇ ਸੁਰਤ ਨਾਲ ਸਾਡੇ ਚਰਨ ਫੜ ਲਏ ਸਨ। ਅਸੀਂ ਉਹਦੀ ਸ਼ਰਧਾ ਭਾਵਨਾ ਵੇਖ ਕੇ ਬੈਠੇ ਰਹੇ। ਹੁਣ ਉਹਨੇ ਸਾਡੇ ਚਰਨ ਛੱਡੇ ਨੇ, ਅਸੀਂ ਸਾਵਧਾਨ ਹੋਏ। ਸੋ ਇਸ ਤਰ੍ਹਾਂ ਸ਼ਰਧਾ ਭਾਵਨਾ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ, ਫਿਰ ਗੁਰੂ ਮਹਾਰਾਜ ਉਹਨੂੰ ਨਿਹਾਲ ਕਰ ਦਿੰਦੇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਹੇ ਕਿਰਪਾ ਦੇ ਖਜ਼ਾਨੇ, ਹੇ ਦਿਆਲੂ ਪ੍ਰਭੂ, ਅਸੀਂ ਤੇਰੀ ਸ਼ਰਨ 'ਚ ਆਏ ਹਾਂ। ਏਕ ਅੱਖਰ ਹਰ ਮਨ ਬਸਤ, ਜਿਹਦੇ ਮਨ ਵਿੱਚ ਪਰਮਾਤਮਾ ਦਾ ਨਾਮ, ਇੱਕ ਅੱਖਰ ਭਾਵ ਨਾਮ ਵਸ ਜੇ ਨਾ, ਨਾਨਕ ਹੋਤ ਨਿਹਾਲ, ਉਹ ਤੇ ਨਿਹਾਲ ਹੋ ਜਾਂਦਾ ਹੈ। ਹੋ ਹੁਣ ਰਲ ਕੇ ਪੜ੍ਹੀਏ। ਆਏ ਪ੍ਰਭ ਸ਼ਰਨਾਗਤੀ, ਆਏ ਪ੍ਰਭ ਸ਼ਰਨਾਗਤੀ, ਆਏ ਪ੍ਰਭ ਸ਼ਰਨਾਗਤੀ, ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਧ ਦਿਆਲ, ਕਿਰਪਾ ਨਿਧ ਦਿਆਲ, ਕਿਰਪਾ ਨਿਧ ਦਿਆਲ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਏਕ ਅੱਖਰ ਹਰ ਮਨ ਬਸਤ, ਏਕ ਅੱਖਰ ਹਰ ਮਨ ਬਸਤ, ਏਕ ਅੱਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ, ਨਾਨਕ ਹੋਤ ਨਿਹਾਲ, ਨਾਨਕ ਹੋਤ ਨਿਹਾਲ, ਨਾਨਕ ਹੋਤ ਨਿਹਾਲ। ਇੱਕ ਅੱਖਰ ਮਨ 'ਚ ਵਸੇਗਾ ਕਿਵੇਂ? ਜਦੋਂ ਅਸੀਂ ਲਗਾਤਾਰ ਸਿਮਰਨ ਕਰਦੇ ਰਹਾਂਗੇ, ਕਰਦੇ ਰਹਾਂਗੇ, ਕਰਦੇ ਰਹਾਂਗੇ, ਫਿਰ ਇੱਕ ਸਮਾਂ ਆਏਗਾ ਇਹ ਪਰਮਾਤਮਾ ਦਾ ਨਾਮ ਸਾਡੇ ਹਿਰਦੇ 'ਚ ਵਸ ਜਾਏਗਾ। ਫਿਰ ਉਦੋਂ ਫਿਰ ਐਸੀ ਅਵਸਥਾ ਆ ਜਾਂਦੀ ਹੈ ਕਿ ਬੰਦਾ ਫਿਰ ਪਰਮਾਤਮਾ ਨੂੰ ਭੁੱਲਦਾ ਹੀ ਨਹੀਂ ਹੈ। ਹਰ ਵਕਤ ਦਾ ਸਿਮਰਨ ਉਹਦਾ ਚਾਲੂ ਹੋ ਜਾਂਦਾ ਹੈ।
इसलिए अपने वालों लगे रहना, क्योंकि जिहड़ा भजन बंदगी करदा परमात्मा उस ते किरपा करदा ही रहिंदा है। क्योंकि परमात्मा नूं कहा गया भगत वत्सल, भगती नूं प्यार करन वाला। जिहड़ा भगती करदा परमात्मा उस नूं प्यार करदा। बस तो हुण जिहनूं रब प्यार करे उहनूं होर की चाहीदा, उहनूं होर की चाहीदा। इसलिए जिन्ना समा भी मिले भजन बंदगी करते रहता हुंदा। पौड़ी अखर मह त्रिभवन प्रभ धारे। इत्थे अखर तो मतलब हुक्म परमात्मा ने। ये जे तिनों भवन ने, मात लोक, पताल लोक, आकाश लोक, तिन्ना भवन कह त्रिभवन। त्रिभवन तिन, त्रिभवन। परमात्मा के हुक्म दे विच ही ये तिनों भवन बनाए गए हैं। मात लोक, पताल लोक, आकाश लोक, तिनों उहदे हुक्म च टिके हुए हैं। अखर कर कर वेद विचारे। परमात्मा के हुक्म च ही ये वेद लिखे गए, इन्हां दी विचार लिखी गई। अखर शास्त्र सिमरत पुराण। परमात्मा के हुक्म अनुसार ये शास्त्र लिखे गए, सिमरतें लिखियाँ गई, पुराण लिखे गए। उहदा हुक्म हुंदा तां लिखारी लिखते ने। किसी नूं परमात्मा ने किसी पासे लाया, किसी नूं किसी पासे लाया होया है। जिस तो रब्बी सिफत सलाह लिखाउणी उहनूं इस पासे ला दिंदा है। उहदे हुक्म च ही बंदा चल रहा सब कुछ। उंज लगता आप अपनी मर्जी कर रहे, नहीं, असीं उहदे हुक्म विच ही चल रहे। हुक्म है अंदर सबको, बाहर हुक्म नहीं। उहदे हुक्म तो बाहर का कोई है ही नहीं है, सब उहदे हुक्म च ही चल रहे जो भी कर रहे। अखर नाद कथन वख्यान। परमात्मा हुक्म च रब्बी कीर्तन हुंदा है, कथन कथा वार्ता हुंदी है, वख्याना लैक्चरबाजी हुंदी है। अखर मुक्त जुगत भै भरम। परमात्मा के हुक्म विच ही भै अते भरम तो मुक्त होने की जुगती प्राप्त हुंदी है। भी भै भरम तो मुक्त किवें होना, इहदी जुगती परमात्मा के हुक्म नाल ही हुंदी है। अखर कर्म किरत सुच धर्म। परमात्मा के हुक्म अनुसार ही सारी किरत की जाती है, धार्मिक सुचता रखी जाती है। ये सब दे हुक्म च है। दृष्टमान अखर है जित। जिन्ना भी दिखाई दे रहा है दृष्टमान, जो कुछ भी विखाई दे रहा सब परमात्मा के हुक्म च बनया होया है। नानक पार ब्रह्म निर्लेप। परमात्मा इन्ना कुछ करता है पर फिर भी वो निर्लेप रहिंदा है, वो लिप्त नहीं हुंदा, वो निर्लेप रहिंदा है, वो मोह माया तो ऊपर रहिंदा है। श्लोक हथ कलम अगम मस्तक लिखावती। परमात्मा के हाथ च कलम है, अगम परमात्मा अपहुँच है, मस्तक लिखावती उसने अपनी कलम के नाल हर एक दे मत्थे ते उहदे लेख लिखते। हालांकि लेख हत्थां ते भी हुंदे ने, पैरां च भी हुंदे ने, पर मत्थे नूं महानता दिती गई है। जिवें कई गुरु महाराज आगरे गए, उत्थे सरार दीन काजी वो भी पहुंचा है। गुरु आदर मान सत्कार बैठा बैठा सिख आ रहे ने, गुरु महाराज चरणा ते मत्था टेक के बैठी जा रहे हैं। काजी बड़ा हैरान होया भी पता नहीं क्यों मत्था टेकी जाते हैं। बाद च पुछदे भी तुहाडे सिख तुहाडे चरणा ते मत्था क्यों टेकते हैं? वो कहते काजी जी इन्हां दे पुठे लेख सिद्धे हो जाते हैं। जदे गुरु के चरणा ते मत्था टेकदे इन्हां दी किस्मत बदल जाती है। उन्होंने विश्वास नहीं आया है। गुरु महाराज एक सिख नूं कहे साडी मोहर लियावे, एक कागज़ लैके आ। मोहर आ गई, कागज़ आ गई है। सिख नूं कहंदे साडी मोहर ला दे कागज़ ते। पहला काजी नूं कहंदे आ मोहर पढ़ो जी। मोहर ते अखर पुठे हुंदे ने,
ਫਾਰਸੀ 'ਚ ਮੋਹਰ ਸੀ, ਭਾਵੇਂ ਕਾਜ਼ੀ ਫਾਰਸੀ ਜਾਣਦਾ ਸੀ, ਉਹ ਪੜ੍ਹਨੇ ਔਖੇ ਸੀ। ਕਹਿੰਦੇ ਤਾਂ ਠੀਕ ਪੜ੍ਹ ਨਹੀਂ ਹੁੰਦੇ ਜੀ, ਵੀ ਪੁੱਠੇ ਨੇ। ਗੁਰੂ ਮਹਾਰਾਜ ਸਿੱਖ ਨੂੰ ਕਹਿੰਦੇ ਹੁਣ ਮੋਹਰ ਕਾਗਜ਼ 'ਤੇ ਲਾ ਦੇ। ਜਦੋਂ ਕਾਗਜ਼ ਦੇ ਉੱਤੇ ਮੋਹਰ ਲਾਈ, ਅੱਖਰ ਸਿੱਧੇ ਹੋ ਗਏ। ਕਹਿੰਦੇ ਕਾਜ਼ੀ ਜੀ ਹੁਣ ਪੜ੍ਹੋ, ਹੁਣ ਪੜ੍ਹਤੇ। ਕਹਿੰਦੇ ਬਸ ਐਂ ਹੀ ਹੈ। ਕਹਿੰਦੇ ਸਿੱਖ ਨੇ ਕਈ ਵਾਰੀ ਗਲਤ ਮਲਤ ਕੰਮ ਪਿਛਲੇ ਜਨਮਾਂ 'ਚ ਕੀਤੇ ਹੁੰਦੇ ਨੇ, ਮੱਥੇ 'ਤੇ ਲੇਖ ਮਾੜੇ ਲਿਖੇ ਜਾਂਦੇ ਨੇ। ਜਦੋਂ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਦਾ, ਉਹਦੇ ਮਾੜੇ ਲੇਖ ਸਿੱਧੇ ਹੋ ਜਾਂਦੇ ਹਨ, ਚੰਗੇ ਭਾਗ ਵਾਲਾ ਹੋ ਜਾਂਦਾ। ਇਸ ਲਈ ਸਿੱਖ ਗੁਰੂ ਨੂੰ ਮੱਥਾ ਟੇਕਦੇ ਨੇ। ਸੋ ਪਰਮਾਤਮਾ ਜੋ ਅਗੰਮ ਹੈ, ਉਹਦੇ ਹੱਥ 'ਚ ਕਲਮ ਹੈ, ਉਹਨੇ ਸਭ ਦੇ ਮੱਥੇ ਦੇ ਉੱਤੇ ਲੇਖ ਲਿਖਦਾ ਹੈ। ਉਰਜ ਰਿਓ ਸਭ ਸੰਗ ਅਨੂਪ ਰੂਪਾਵਤੀ। ਅਨੂਪ ਹੁੰਦਾ ਅਤੀ ਸੁੰਦਰ, ਹਿੰਦੀ ਦਾ ਸ਼ਬਦ ਹੈ ਅਨੁਪਮ। ਜਿਹਦੀ ਉਪਮਾ ਹੀ ਨਾ ਹੋ ਸਕੇ, ਜਿਹਦੇ ਮੁਕਾਬਲੇ ਦਾ ਹੋਰ ਕੋਈ ਹੋਵੇ ਹੀ ਨਾ, ਉਹਨੂੰ ਅਨੁਪਮ ਤੋਂ ਬਣਾ ਅਨੂਪ। ਰੂਪਾਵਤੀ ਮੈਂ ਬਹੁਤ ਰੂਪ ਵਾਲਾ, ਬਹੁਤ ਸੁੰਦਰ। ਪਰਮਾਤਮਾ ਹੈ ਤੇ ਬਹੁਤ ਸੁੰਦਰ। ਉਰਜ ਰਿਓ ਸਭ ਸੰਗ, ਉਹ ਸਾਰਿਆਂ ਦੇ ਵਿੱਚ ਵੀ ਵਸਦਾ ਹੈ। ਪਰਮਾਤਮਾ ਅਤ ਸੁੰਦਰ ਹੈ। ਅਤੇ ਇੱਥੇ ਉਲਝਣ ਤੋਂ ਮਤਲਬ ਇਹ ਨਹੀਂ ਕਿ ਉਹ ਦੂਜੇ ਉਲਝ ਰਹੇ ਹਨ, ਭਾਵ ਸਾਰਿਆਂ ਦੇ ਵਿੱਚ ਵਸਦਾ ਹੈ। ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ। ਹੇ ਪਰਮਾਤਮਾ, ਤੁਹਾਡੀ ਵਡਿਆਈ ਮੈਂ ਮੁੱਖ ਨਾਲ ਕਰ ਹੀ ਨਹੀਂ ਸਕਦਾ, ਇੰਨੀ ਵਡਿਆਈ ਹੈ। ਮੋਹੀ ਦੇਖ ਦਰਸ ਨਾਨਕ ਬਲਿਹਾਰੀ ਹੈ। ਗੁਰੂ ਮਹਾਰਾਜ ਕੇ ਮੈਂ ਤੇ ਹੇ ਪਰਮਾਤਮਾ, ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਮੋਹਿਆ ਗਿਆ ਹੈ। ਹੇ ਪਰਮਾਤਮਾ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਸੋ ਪਰਮਾਤਮਾ ਦੀ ਵਡਿਆਈ ਮੁੱਖ ਨਾਲ ਕੀਤੀ ਹੀ ਨਹੀਂ ਜਾ ਸਕਦੀ। ਕਿਉਂ? ਇਸ ਲਈ ਮੈਂ ਕਈ ਵਾਰ ਬੈਠਾ ਸੋਚਦਾ ਕਿ ਜੀ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਹੁਣ ਕਿੰਨੇ ਕੁ ਗਿਣੇ ਜੀ। ਪੁਰਾਤਨ ਜ਼ਮਾਨੇ ਦੇ ਸਾਧੂਆਂ ਸੰਤਾਂ ਨੇ, ਗੁਰੂਆਂ ਨੇ ਇੱਕ ਢੰਗ ਲੱਭ ਲਿਆ ਕਿ ਇੱਕ ਐਸਾ ਅੱਖਰ ਲੱਭੋ ਜਿਹਦੇ ਵਿੱਚ ਪਰਮਾਤਮਾ ਦੇ ਸਾਰੇ ਗੁਣ ਹੋਣ। ਉਹ ਉਹਨਾਂ ਨੇ ਗੁਰਮੰਤਰ ਲੱਭ ਲਿਆ। ਜਿਵੇਂ ਆਪਣਾ ਵਾਹਿਗੁਰੂ ਹੈ, ਇਹ ਵਾਹਿਗੁਰੂ ਸ਼ਬਦ ਦੇ ਵਿੱਚ ਹੀ ਪਰਮਾਤਮਾ ਦੇ ਸਾਰੇ ਗੁਣ ਨੇ। ਆਡੜ ਕਹਿਣ ਦੀ ਲੋੜ ਨਹੀਂ, ਹੇ ਪ੍ਰਭੂ ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਬਖਸ਼ਿੰਦ ਹੈ, ਤੂੰ ਮਿੱਠ ਬੋਲੜਾ ਹੈ, ਤੂੰ ਫਲਾਣਾ ਨਹੀਂ। ਬਸ ਵਾਹਿਗੁਰੂ 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 ਕਰੀ ਜਾਣਾ, ਇਸੇ 'ਚ ਉਹਦੇ ਸਾਰੇ ਗੁਣ ਹਨ। ਸੋ ਤਾਂ ਕਹਿੰਦੇ ਹੇ ਪ੍ਰਭੂ ਤੇਰੀ ਉਸਤਤ ਕੀਤੀ ਹੀ ਨਹੀਂ ਜਾ ਸਕਦੀ ਮੁੱਖ ਨਾਲ। ਮੈਂ ਤਾਂ ਤੇਰੇ ਦਰਸ਼ਨ ਕਰਕੇ ਹੀ ਮੋਹਿਆ ਗਿਆ ਮੇਰਾ ਮਨ, ਮੈਂ ਤੇਰੇ ਤੋਂ ਬਲਿਹਾਰ ਜਾਂਦਾ। ਉਸਤਤ ਕਹਿਨ ਨ ਜਾਏ, ਉਸਤਤ ਕਹਿਨ ਨ ਜਾਏ, ਉਸਤਤ ਕਹਿਨ ਨ ਜਾਏ, ਉਸਤਤ ਕਹਿਨ ਨ ਜਾਏ। ਮੁਖੋਂ ਤੁਹਾਰੀਆ, ਮੁਖੋਂ ਤੁਹਾਰੀਆ, ਮੁਖੋਂ ਤੁਹਾਰੀਆ, ਮੁਖੋਂ ਤੁਹਾਰੀਆ। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਦੇਖ ਦਰਸ ਨਾਨਕ ਬਲਿਹਾਰੀਆ। ਉਹੀ ਦੇਖ ਦਰਸ ਨਾਨਕ ਬਲਿਹਾਰੀਆ। ਪੌੜੀ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸ਼ੀ ਅਗਨਾਸ। ਅਚੁੱਤ ਹੁੰਦਾ ਅਡੋਲ ਰਹਿਣ ਵਾਲਾ, ਜਿਹੜਾ ਡੋਲੇ ਨਾ, ਉਹਨੂੰ ਕਹਿੰਦੇ ਅਚੁੱਤ। ਹਿੰਦੀ ਸ਼ਬਦ ਹੈ ਅਚੁੱਤਿਆ, ਅਡੋਲ ਰਹਿਣ ਵਾਲਾ। ਹੇ ਅਡੋਲ ਪ੍ਰਭੂ, ਹੇ ਪਾਰ ਬ੍ਰਹਮ, ਹੇ ਅਬਿਨਾਸ਼ੀ, ਨਾਸ ਨਾ ਹੋਣ ਵਾਲੇ। ਆਗ ਹੁੰਦਾ ਪਾਪ, ਹੇ ਪਾਪਾਂ ਦਾ ਨਾਸ ਕਰਨ ਵਾਲੇ। ਹੇ ਅਡੋਲ ਪ੍ਰਭੂ, ਹੇ ਅਬਿਨਾਸ਼ੀ ਪ੍ਰਭੂ, ਹੇ ਪਾਪਾਂ ਦਾ ਨਾਸ ਕਰਨ ਵਾਲੇ ਪ੍ਰਭੂ। ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ।
हे पूਰਨ प्रभु, हे सारे च वसन वाले प्रभु सर्व में। दुख भंजन, हे दुखां दा नाश करन वाले। गुण तास, गुणां दा खजाना, हे गुणां दे खजाने प्रभु। हे पूਰਨ प्रभु, हे सारे च वसन वाले प्रभु। हे दुखां दा नाश करन वाले प्रभु। हे गुणां दे खजाने प्रभु। हे संगी, हे निरंकार, हे निर्गुण सब टेक। हे संगी प्रभु, हे निरंकार प्रभु, हे निर्गुण प्रभु। निर्गुण तो भावे तो ये नहीं कि ਉਹਦੇ ਗੁਣ ਹੀ ਕੋਈ ਨਹੀਂ ਹੈਗੇ। ਨਿਰਗੁਣ ਹੁੰਦਾ ਜਿਹੜਾ ਮਾਇਆ ਦੇ ਤਿੰਨਾਂ ਪ੍ਰਭਾਵਾਂ ਤੋਂ ਨਿਰਲੇਪ ਹੋਵੇ, ਉਹਨੂੰ ਕਹਿੰਦੇ ਨਿਰਗੁਣ। हे ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਪ੍ਰਭੂ, ਸਭ ਟੇਕ ਅਤੇ ਸਾਰੀ ਦੀ ਓਟ, ਸਾਰਿਆਂ ਦਾ ਓਟ ਆਸਰਾ। हे ਗੋਬਿੰਦ, हे ਗੁਣ ਨਿਧਾਨ, ਜਾ ਕੇ ਸਦਾ ਵਿਵੇਕ। ਗੋਬਿੰਦ ਹੁੰਦਾ ਸੰਸਕ੍ਰਿਤ ਦਾ ਸ਼ਬਦ ਹੈ ਗੋਵਿੰਦ, ਵਾਵੇ ਨਾਲ। ਵਿੰਦ ਹੁੰਦਾ ਜਾਣਨਾ। ਗੋ ਮੈਨੇ ਧਰਤੀ ਸ੍ਰਿਸ਼ਟੀ। हे ਸ੍ਰਿਸ਼ਟੀ ਨੂੰ ਜਾਣਨ ਵਾਲੇ। ਨਿਧਾਨ ਹੁੰਦਾ ਖਜ਼ਾਨਾ। हे ਗੁਣਾਂ ਦੇ ਖਜ਼ਾਨੇ, ਜਾ ਕੇ ਸਦਾ ਵਿਵੇਕ, ਜਿਹੜਾ ਸਦਾ ਹੀ ਠੀਕ ਅਤੇ ਗਲਤ ਦਾ ਨਿਰਣਾ ਕਰਦਾ ਹੈ। ਵਿਵੇਕ ਉਹਨੂੰ ਕਹਿੰਦੇ ਨੇ ਜਿਹੜੇ ਠੀਕ ਅਤੇ ਗਲਤ ਦਾ ਨਿਰਣਾ ਕਰ ਸਕੇ, ਕੀ ਠੀਕ ਹੈ ਅਤੇ ਕੀ ਗਲਤ ਹੈ। ਸੋ हे ਪਰਮਾਤਮਾ, ਤੂੰ ਵਿਵੇਕ ਹੈ, ਤੂੰ ਗੁਣਾਂ ਦਾ ਖਜ਼ਾਨਾ ਹੈ, ਤੂੰ ਸ੍ਰਿਸ਼ਟੀ ਨੂੰ ਜਾਣਨ ਵਾਲਾ ਹੈ। हे अपरंपर हर हरे, हे परे तो परे परमात्मा। अपरंपर परे तो परे, जिसका कोई अंत ही नहीं है। हैं भी होवनहार, तू हैगा अते होवेगा भी। तू हुण भी है, तू फिर भी रहेगा। हे संतां कै सदा संग, हे ਸਾਧੂਆਂ ਦੇ ਸਦਾ ਨਾਲ ਰਹਿਣ ਵਾਲੇ ਪਰਮਾਤਮਾ। ਨਿਧਾਰਾਂ ਆਧਾਰ, ਨਿਆਸਰਿਆਂ ਦਾ ਤੂੰ ਆਸਰਾ ਹੈ। हे ਠਾਕੁਰ, हे ਪਰਮਾਤਮਾ, ਹੂੰ ਦਾਸਰੋ, ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਸੇਵਕ ਹਾਂ। ਮੈਂ ਨਿਰਗੁਣ, ਮੇਰੇ 'ਚ ਕੋਈ ਗੁਣ ਨਹੀਂ ਹੈ, ਗੁਣ ਨਹੀਂ ਕੋਈ। ਮੈਂ ਨਿਰਗੁਣ ਹਾਂ, ਮੇਰੇ 'ਚ ਕੋਈ ਗੁਣ ਨਹੀਂ ਹੈ। ਨਾਨਕ ਦੀਜੈ ਨਾਮ ਦਾਨ, ਰੱਖੋ ਹੀਐ ਪਰੋਏ। ਗੁਰੂ ਮਹਾਰਾਜ ਕਹੇ, ਹੇ ਪਰਮਾਤਮਾ, ਮੈਨੂੰ ਨਾਮ ਦੀ ਦਾਤ ਦੇ, ਤਾਂ ਜੋ ਉਹਨੂੰ ਹਿਰਦੇ 'ਚ ਮੈਂ ਪਰੋ ਕੇ ਰੱਖਾਂ। ਇਸ ਨਾਮ ਨੂੰ ਹਮੇਸ਼ਾ ਹਿਰਦੇ 'ਚ ਮੈਂ ਵਸਾ ਕੇ ਰੱਖਾਂ। ਮੈਨੂੰ ਨਾਮ ਦੀ ਦਾਨ ਦੇ, ਮੈਨੂੰ ਨਾਮ ਦੀ ਦਾਤ ਦੇ। ਸੋ ਬੇਨਤੀ ਕੀਤੀ ਪਰਮਾਤਮਾ ਦੇ ਗੁਣ ਗਾ ਗਾ ਕੇ। ਪੌੜੀ ਦੇਖੋ ਪਿੱਛੇ। हे अच्युत हे पार ब्रह्म, हे अच्युत हे पार ब्रह्म, अविनाशी अगनास, अविनाशी अगनास, हे पूरन हे सर्व में, हे पूरन हे सर्व में, हे पूरन हे सर्व में, हे पूरन हे सर्व में। दुख पंजन गुणतास, दुख पंजन गुणतास, दुख पंजन गुणतास, दुख पंजन गुणतास। हे संगी हे निरंकार, हे संगी हे निरंकार, हे संगी हे निरंकार, हे संगी हे निरंकार। हे निर्गुण सब टेक, हे निर्गुण सब टेक, हे निर्गुण सब टेक, हे निर्गुण सब टेक। हे गोविंद हे गुण निधान, हे गोविंद हे गुण निधान, हे
जाके सदा विवेक, जाके सदा विवेक, जाके सदा विवेक, जाके सदा विवेक। ये जाके नहीं है, कितनी बारी कहे। हे गोबिंद है गुण निदान, हे गोबिंद है गुण निदान, हे गोविंद है गुण निदान, हे गोविंद है गुण निदान। जाके सदा विवेक, जाके सदा विवेक, जाके सदा विवेक, जाके सदा विवेक। हे अपरंपर हर हरे, हे अपरंपर हर हरे, हे अपरंपर हर हरे, हे अपरंपर हर हरे। हैं पी होवनहार, हैं पी होवनहार, है भी होवनहार, है भी होवनहार। हे संतैं के सदा संग, हे संतैं के सदा संग, हे संत के सदा संग, हे संत के सदा संग। निदारा आधार, निदारा आधार, लीदारा आधार, लीदारा आधार। हे ठाकर हों दासरो, हे ठाकर हों दासरो, हे ठाकुर हों दासरो, हे ठाकुर हों दासरो। मैं निर्गुण गुण नहीं कोय, मैं निर्गुण गुण नहीं कोय, मैं निर्गुण गुण नहीं कोय, मैं निर्गुण गुण नहीं कोय। नानक दीजै नाम दान, नानक दीजै नाम दान, नानक दीजै नाम दान, नानक दीजै नाम दान। राखों हिये परोए, राखों हिये परोए, राखो हियै परोए, राखो हियै परोए। ਅੱਗੇ ਕਹਿੰਦੇ ਸ਼ਲੋਕ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਕਹਿੰਦੇ ਸਾਡੇ ਲਈ ਗੁਰੂ ਹੀ ਮਾਤਾ ਹੈ, ਗੁਰੂ ਹੀ ਪਿਤਾ ਹੈ, ਗੁਰੂ ਹੀ ਮਾਲਕ ਹੈ, ਸੁਆਮੀ ਮਾਲਕ ਹੈ, ਗੁਰੂ ਹੀ ਪਰਮੇਸ਼ਰ ਹੈ। ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ। ਗੁਰੂ ਹੀ ਸਾਡਾ ਸਾਥੀ ਹੈ, ਸਖਾ ਜੀ, ਜਿਹਨੂੰ ਕਲਾਸ ਫੈਲੋ ਕਹਿੰਦੇ ਨੇ। ਗੁਰੂ ਸਾਡਾ ਸਾਥੀ ਹੈ। ਅਗਿਆਨ ਭੰਜਨ, ਗੁਰੂ ਮਾਰੇ ਅਗਿਆਨਤਾ ਦਾ ਨਾਸ਼ ਕਰਨ ਵਾਲੇ ਹਨ। ਗੁਰਦੇਵ ਬੰਧਪ ਸਹੋਦਰਾ, ਗੁਰੂ ਮਹਾਰਾਜ ਸਾਡੇ ਬੰਧਪ ਦਾ ਰਿਸ਼ਤੇਦਾਰ। ਗੁਰੂ ਹੀ ਸਾਡਾ ਰਿਸ਼ਤੇਦਾਰ ਹੈ, ਗੁਰੂ ਹੀ ਸਾਡਾ ਸਕਾ ਭਰਾ ਹੈ, ਸਹੋਦਰਾ, ਸਹਿ ਉਦਰਾ। ਇੱਕੋ ਮਾਂ ਦੇ ਪੇਟ 'ਚੋਂ ਪੈਦਾ ਹੋਣ ਵਾਲਾ ਆਪਾਂ ਕੀ ਕਹਿੰਦੇ ਹਾਂ, ਸਕੇ ਭਰਾ, ਉਹਨੂੰ ਕਹਿੰਦੇ ਨੇ ਸਹੋਦਰਾ। ਗੁਰੂ ਮਹਾਰਾਜ ਜੀ ਸਾਡੇ ਸਾਥੀ ਨੇ, ਉਹੀ ਸਾਡੇ ਅਗਿਆਨ ਦਾ ਨਾਸ਼ ਕਰਨ ਵਾਲੇ ਹਨ, ਉਹੀ ਸਾਡੇ ਰਿਸ਼ਤੇਦਾਰ ਨੇ, ਉਹੀ ਸਾਡੇ ਭਰਾ ਹਨ। ਗੁਰਦੇਵ ਦਾਤਾ ਹਰ ਨਾਮ ਉਪਦੇਸ਼। ਗੁਰੂ ਜਿਹੜਾ ਹਰੀ ਦੇ ਨਾਮ ਦਾ ਦਾਤਾ ਹੈ, ਹਰੀ ਦਾ ਨਾਮ ਦੇ ਕੇ ਉਹਦਾ ਉਪਦੇਸ਼ ਕਰਦਾ, ਭਾਈ ਨਾਮ ਜਪੋ, ਨਾਮ ਜਪੋ। ਗੁਰਦੇਵ ਮੰਤ ਨਿਰੋਧਰਾ, ਨਿਰੋਧਰਾ ਹੁੰਦਾ ਜਿਸ 'ਤੇ ਹੋਰ ਕਿਸੇ ਦਾ ਅਸਰ ਨਾ ਹੋਵੇ। ਗੁਰਦੇਵ ਦਾ ਜਿਹੜਾ ਮੰਤਰ ਹੈ ਨਾ, ਗੁਰਮੰਤਰ, ਇਹ ਨਿਰੋਧਰਾ ਹੈ, ਕਿਸੇ ਹੋਰ ਮੰਤਰ ਦਾ ਇਸ 'ਤੇ ਅਸਰ ਨਹੀਂ ਹੁੰਦਾ ਹੈ। ਇਹ ਨਹੀਂ ਕਿ ਗੁਰਮੰਤਰ ਨੂੰ ਜਿਹੜਾ ਕੋਈ ਹੋਰ ਮੰਤਰ ਕੱਟ ਦੇਗਾ, ਨੋ। ਗੁਰੂ ਦਾ ਮੰਤਰ ਨਿਰੋਧਰਾ ਹੈ, ਜਿਸ ਨੂੰ ਕੱਟ ਹੀ ਨਹੀਂ ਕੋਈ ਸਕਦਾ, ਜਿਸ 'ਤੇ ਕਿਸੇ ਹੋਰ ਮੰਤਰ ਦਾ ਅਸਰ ਹੀ ਨਹੀਂ ਹੁੰਦਾ ਹੈ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ।
ਜਿਹੜੇ ਗੁਰੂ ਮਹਾਰਾਜ ਦੇ ਸ਼ਾਂਤੀ ਸਤ ਮਤ ਦਾ ਸਰੂਪ ਨੇ, ਮੂਰਤ ਸਰੂਪ ਨੂੰ ਕਹਿੰਦੇ। ਗੁਰੂ ਮਹਾਰਾਜ ਸ਼ਾਂਤੀ ਦੇ ਸਰੂਪ ਨੇ, ਸਤ ਦੇ ਸਰੂਪ ਨੇ, ਬੁੱਧ ਦੇ ਸਰੂਪ ਨੇ। ਗੁਰਦੇਵ ਪਾਰਸ ਪਰਸਪਰ, ਗੁਰਦੇਵ ਐਸੇ ਪਾਰਸ ਨੇ, ਪਰਸ ਜਿਹਦੀ ਛੋ ਪਰ ਪਾਰਸ ਤੋਂ ਵੀ ਉੱਪਰ ਹੈ। ਗੁਰੂ ਮਹਾਰਾਜ ਐਸੇ ਪਾਰਸ ਨੇ ਜਿਹਦੀ ਛੋ ਪਾਰਸ ਤੋਂ ਵੀ ਵੱਧ ਹੁੰਦੀ ਹੈ, ਕਿਉਂਕਿ ਪਾਰਸ ਦੇ ਵਿੱਚ ਇੱਕ ਸਿਫਤ ਹੈ ਕਿ ਜਿਸ ਧਾਤ ਨੂੰ ਛੁੰਦਾ ਹੈ ਉਹ ਧਾਤ ਸੋਨਾ ਹੋ ਜਾਂਦੀ ਹੈ, ਪਰ ਪਾਰਸ ਨਹੀਂ ਬਣਦੀ। ਪਾਰਸ ਕਿਸੇ ਧਾਤੂ ਨੂੰ ਪਾਰਸ ਨਹੀਂ ਬਣਾ ਸਕਦੀ, ਪਰ ਗੁਰੂ ਐਸਾ ਪਾਰਸ ਹੈ ਜੋ ਸਿੱਖ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ। ਆਪਣੇ ਕਿੰਨੇ ਗੁਰੂ ਜਿਹੜੇ ਨੇ ਪਹਿਲੇ ਗੁਰੂਆਂ ਦੀ ਸੰਗਤ ਕਰਕੇ ਦੇਖੋ ਆਪ ਗੁਰੂ ਬਣ ਗਏ। ਸੋ ਐਸੇ ਪਾਰਸ ਨੇ ਜੋ ਪਰਸਪਰ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰੂ ਮਹਾਰਾਜ ਨੇ ਤੀਰਥ ਨੇ, ਅੰਮ੍ਰਿਤ ਦਾ ਸਰੋਵਰ ਨੇ। ਗੁਰ ਗਿਆਨ ਮਜਨ ਅਪਰੰਪਰਾ, ਗੁਰੂ ਦੇ ਗਿਆਨ ਦੇ ਵਿੱਚ ਜਿਹੜਾ ਇਸ਼ਨਾਨ ਕਰਨਾ ਹੈ ਉਹ ਤੇ ਅਪਰੰਪਰਾ ਹੈ, ਉਹ ਤੇ ਪਰੇ ਤੋਂ ਪਰੇ ਹੈ। ਕੋਈ ਵੀ ਇਸ਼ਨਾਨ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਜਿਹੜਾ ਗੁਰੂ ਦੇ ਗਿਆਨ 'ਚ ਇਸ਼ਨਾਨ ਕਰਦਾ ਹੈ। ਤੁਸੀਂ ਕਹੋ ਗੁਰੂ ਦੇ ਗਿਆਨ 'ਚ ਕਿਵੇਂ ਇਸ਼ਨਾਨ ਕੀਤਾ ਜਾਂਦਾ ਹੈ? ਗੁਰੂ ਦੇ ਗਿਆਨ ਨਾਲ ਆਪਣੇ ਮਨ ਦੀ ਮੈਲ ਧੋ ਲੈਣਾ, ਇਹੀ ਗੁਰੂ ਦੇ ਗਿਆਨ ਦਾ ਇਸ਼ਨਾਨ ਹੈ। ਮਨ ਨੂੰ ਪਵਿੱਤਰ ਕਰਨਾ, ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਵਸੈ ਮਨ ਆਏ। ਮੈਲੇ ਮਨ ਨਾਲ ਭਗਤੀ ਨਹੀਂ ਹੋ ਸਕਦੀ, ਨਾਮ ਹਿਰਦੇ 'ਚ ਵਸਦਾ ਨਹੀਂ ਹੈ। ਮਨ ਸਾਫ਼ ਕਰਨਾ ਪੈਣਾ। ਮਨ ਦੋ ਤਰੀਕੇ ਨਾਲ ਹੀ ਸਾਫ਼ ਹੁੰਦਾ ਹੈ। ਜੋ ਬੁਰਾਈ ਕੀਤੀ ਜਾਂਦੀ ਹੈ ਉਸ ਤੋਂ ਤੋਬਾ ਕਰਨਾ ਕਿ ਮੁੜ ਕੇ ਨਹੀਂ ਕਰਦਾ। ਬੁਰਾਈ ਛੱਡ ਦਿਓ ਅਤੇ ਨਾਮ ਜਪੀ ਜਾਓ, ਇੱਕ ਦਿਨ ਮਨ ਦੀ ਸਾਰੀ ਮੈਲ ਲੈ ਜਾਵੇ। ਸੋ ਤਾਂ ਗੁਰੂ ਤੀਰਥ ਹੈ। ਲੋਕ ਤੀਰਥਾਂ 'ਤੇ ਜਾਂਦੇ ਨੇ ਮਨ ਨੂੰ ਪਵਿੱਤਰ ਕਰਨ ਲਈ, ਪਰ ਉਹਨਾਂ ਨੂੰ ਗਿਆਨ ਨਹੀਂ ਵਿਚਾਰ ਕਿ ਪਾਣੀ ਦੇ ਬਾਹਰ ਧੋਣ ਲਈ ਹੁੰਦਾ। ਪਾਣੀ ਮਨ ਨੂੰ ਸਾਫ਼ ਨਹੀਂ ਕਰ ਸਕਦਾ, ਸਰੀਰ ਨੂੰ ਜ਼ਰੂਰ ਸਾਫ਼ ਕਰ ਦਿੰਦਾ ਹੈ। ਇਸ ਲਈ ਗੁਰੂ ਮਹਾਰਾਜ ਐਸੇ ਤੀਰਥ ਨੇ, ਇਹ ਤਾਂ ਅੰਮ੍ਰਿਤ ਦਾ ਸਰੋਵਰ ਨੇ। ਜਿਹੜਾ ਇਸ ਸਰੋਵਰ 'ਚ ਇਸ਼ਨਾਨ ਕਰਦਾ ਹੈ, ਕਿਹੜਾ ਕਾਹਦਾ ਸਰੋਵਰ ਹੈ? ਅੰਮ੍ਰਿਤ ਦਾ, ਨਾਮ ਦਾ। ਗੁਰੂ ਮਹਾਰਾਜ ਨਾਮ ਦੇ ਸਰੋਵਰ ਨੇ, ਨਾਮ ਦੇ ਤੀਰਥ ਨੇ। ਉਹਨਾਂ ਦੇ ਨਾਮ ਨਾਲ ਅਸੀਂ ਨਹਾਉਣਾ, ਨਾਮ ਦੇ ਨਾਲ ਆਪਣੇ ਆਪ ਨੂੰ ਸਾਫ਼ ਕਰਨਾ। ਗੁਰ ਗਿਆਨ ਮਜਨ ਅਪਰੰਪਰਾ, ਗੁਰੂ ਦੇ ਗਿਆਨ ਨਾਲ ਇਸ਼ਨਾਨ ਕਰਨਾ। ਮਜਨ ਤੀਰਥ ਇਸ਼ਨਾਨ ਨੂੰ ਕਹਿੰਦੇ ਨੇ। ਗੁਰੂ ਦੇ ਗਿਆਨ 'ਚ ਇਸ਼ਨਾਨ ਕਰਨਾ ਹੈ, ਕਿਉਂਕਿ ਗੁਰੂ ਜਿਹੜਾ ਅਪਰੰਪਰਾ ਹੈ, ਇਹ ਰੱਬ ਰੂਪ ਹੁੰਦਾ ਹੈ। ਇਹਦੇ ਗਿਆਨ 'ਚ ਇਸ਼ਨਾਨ ਕਰਦਾ ਮਤਲਬ ਗਿਆਨ ਦੇ ਨਾਲ ਮਨ ਨੂੰ ਸਾਫ਼ ਕਰਨਾ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਜਿਹੜਾ ਹੈ ਇਹ ਰੱਬ ਰੂਪ ਹੁੰਦਾ। ਜੇ ਪਰਮਾਤਮਾ ਕਰਤਾ ਹੈ, ਗੁਰਦੇਵ ਵੀ ਰੱਬ ਰੂਪ ਹਨ, ਕਰਤਾ ਹੈ। ਸਭ ਪਾਪ ਹਰਤਾ, ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਗੁਰਦੇਵ ਪਤਿਤ ਪਵਿੱਤਰ ਕਰ, ਗੁਰੂ ਮਹਾਰਾਜ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹਨ। ਕਿੱਡੇ ਵੱਡਾ ਪਾਪੀ ਕਿਉਂ ਨਾ, ਜੇ ਗੁਰੂ ਦੀ ਸੰਗਤ ਕਰਦਾ ਪਵਿੱਤਰ ਹੋ ਜਾਂਦਾ, ਸਭ ਪਾਪ ਛੱਡ ਜਾਂਦਾ। ਗੁਰਦੇਵ ਆ ਜੁਗਾਦ ਜੁਗ ਜੁਗ, ਗੁਰੂ ਮਹਾਰਾਜ ਸ਼ੁਰੂ ਤੋਂ ਹੀ ਨੇ। ਜਦੋਂ ਯੁੱਗ ਸ਼ੁਰੂ ਉਦੋਂ ਤੋਂ ਹੀ ਨੇ, ਹਰ ਯੁੱਗ 'ਚ ਨੇ। ਕੋਈ ਵੀ ਯੁੱਗ ਸਾਧੂ ਤਾਂ ਖਾਲੀ ਨਹੀਂ ਹੁੰਦਾ ਹੈ ਕਰਦਾ। ਸਾਧੂ ਹਰ ਯੁੱਗ 'ਚ ਹੁੰਦੇ ਨੇ। ਜਦੋਂ ਦੀ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਉਦੋਂ ਦੇ ਸਾਧੂ ਵੀ ਚਲੇ ਆ ਰਹੇ ਹਨ। ਗੁਰਦੇਵ ਮੰਤ ਹਰ ਜਪ ਉਦਰ, ਗੁਰੂ ਦੇ ਦਿੱਤੇ ਮੰਤਰ ਨੂੰ ਜਪ ਕੇ ਬੰਦਾ ਉਦਰ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ ਦੇ ਮੰਤਰ ਦਾ ਜਾਪ ਕਰੇ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹੁਣ ਬੇਨਤੀ ਕਰਦੇ ਨੇ, ਹੇ ਪਰਮਾਤਮਾ ਸਾਨੂੰ ਗੁਰੂ ਦੀ ਸੰਗਤ ਨਾਲ ਮਿਲਾਪ ਕਰ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹੇ ਪ੍ਰਭੂ ਕਿਰਪਾ ਕਰਕੇ
ਸਾਡਾ ਮੇਲ ਗੁਰੂ ਦੀ ਸੰਗਤ ਨਾਲ ਕਰਾ ਦਿਓ। ਹਮ ਮੂੜ ਪਾਪੀ ਜਿਤ ਲਗ ਤਰਾ, ਤਾਂ ਜੋ ਅਸੀਂ ਮੂਰਖ ਪਾਪੀ ਵੀ ਉਸ ਸੰਗਤ ਨਾਲ ਲੱਗ ਕੇ ਤਰ ਜਾਈਏ। ਜੇ ਇਹਦਾ ਹਮ ਦੀ ਥਾਂ 'ਤੇ ਹੋਂ, ਹਾਂ ਮੂੜ ਪਾਪੀ ਜਿਤ ਲੱਗ, ਫਿਰ ਆਪਾਂ ਕਹਿੰਦੇ ਤਰਾਂ। ਇਹ ਹਮ ਹੈ, ਇੱਥੇ ਬਹੁਵਚਨ ਦੇ ਤੌਰ 'ਤੇ ਵਰਤਿਆ ਗਿਆ ਹੈ, ਇਸ ਲਈ ਤਰਾ ਵੀ ਤਰ ਜਾਈਏ। ਹਮ ਮੂੜ ਪਾਪੀ ਜਿਤ ਲਗ ਤਰਾ, ਤਾਂ ਜੋ ਅਸੀਂ ਮੂੜ ਪਾਪੀ ਮੂਰਖ ਪਾਪੀ ਵੀ ਉਹਦੀ ਸੰਗਤ ਕਰਕੇ ਤਰ ਜਾਈਏ। ਬੇਨਤੀ ਕੀਤੀ ਹੈ ਪਰਮਾਤਮਾ ਨੂੰ ਕਿ ਸਾਨੂੰ ਗੁਰੂ ਦੀ ਸੰਗਤ 'ਚ ਮਿਲਾ। ਸੋ ਜਿਸ ਸੰਗਤ ਲਈ ਬੇਨਤੀ ਕਰਦੇ ਨੇ, ਦੇਖੋ ਪਰਮਾਤਮਾ ਦੀ ਸਾਡੇ 'ਤੇ ਕਿਰਪਾ ਹੈ, ਸਾਨੂੰ ਪਹਿਲੇ ਗੁਰੂ ਦੀ ਸੰਗਤ ਮਿਲਾਤੀ, ਸਾਨੂੰ ਬੇਨਤੀ ਕਰਨ ਦੀ ਲੋੜ ਹੀ ਨਹੀਂ। ਉਹਨੇ ਪਹਿਲਾਂ ਹੀ ਸਾਡਾ ਮਿਲਾਪ ਕਰਤਾ ਹੈ ਔਰ ਕਈ ਸਾਲਾਂ ਦਾ ਕਰਾ ਦਿੱਤਾ ਹੈ। ਸੋ ਸਾਡੇ 'ਤੇ ਪਰਮਾਤਮਾ ਦੀ ਬਹੁਤ ਦੇਰ ਦੀ ਮਤਲਬ ਕਿਰਪਾ ਹੈ। ਜਦੋਂ ਉਹਦੇ ਅਸੀਂ ਸਤ ਸੰਗਤ ਕਰ ਰਹੇ ਪਰਮਾਤਮਾ ਦੀ, ਉਦੋਂ ਦੀ ਕਿਰਪਾ ਹੈ। ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦੀ ਸੰਗਤ 'ਚ ਬੰਦਾ ਆਉਂਦਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਜਿਹੜਾ ਗੁਰਦੇਵ ਹੈ ਇਹ ਸਤਿਗੁਰੂ ਹੈ, ਸੱਚਾ ਗੁਰੂ ਹੈ, ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ। ਕਿਉਂਕਿ ਗੁਰ ਪਰਮੇਸ਼ਰ ਇੱਕ ਹੋ ਜਾਣ, ਉਹਦਾ ਰੂਪ ਹੈ ਗੁਰਦੇਵ। ਗੁਰਦੇਵ ਨਾਨਕ ਹਰ ਨਮਸਕਾਰ, ਕਹਿੰਦੇ ਗੁਰਦੇਵ ਨੂੰ ਸਾਡੇ ਹੇ ਪਰਮਾਤਮਾ ਨਮਸਕਾਰ ਹੈ। ਆਹ ਨੋਟ ਦਿੱਤਾ ਕਿ ਇਹ ਸ਼ਲੋਕ ਆਦ ਅੰਤ ਪੜ੍ਹਨਾ। ਜਿੱਥੇ ਬਾਣੀ ਸ਼ੁਰੂ ਹੋਈ ਸੀ ਨਾ, ਉੱਥੇ ਵੀ ਸ਼ੁਰੂ ਸ਼ਲੋਕ ਸੀ ਅਤੇ ਐਂਡ 'ਤੇ ਵੀ ਸ਼ਲੋਕ ਹੈ। ਇਹ ਨੋਟ ਤਾਂ ਲਿਖਿਆ ਹੈ ਕਿ ਕੋਈ ਇਹ ਨਾ ਸਮਝੇ ਭੁਲੇਖੇ ਨਾਲ ਦੁਬਾਰਾ ਛਪ ਗਿਆ ਹੈ, ਵੀ ਇਹ ਸ਼ਲੋਕ ਭੁਲੇਖੇ ਨਾਲ ਦੁਬਾਰਾ ਛਪ ਗਿਆ, ਇਹ ਨਾ ਕੋਈ ਸਮਝ ਲਏ। ਇਸ ਲਈ ਗੁਰੂ ਨੇ ਨੋਟ ਦਿੱਤਾ ਵੀ ਸ਼ੁਰੂ 'ਚ ਵੀ ਪੜ੍ਹਨਾ ਇਸ ਨੂੰ ਅਤੇ ਅਖੀਰ 'ਚ ਵੀ ਪੜ੍ਹਨਾ ਹੈ। ਸੋ ਗੁਰੂ ਅੱਗੇ ਬੇਨਤੀਆਂ ਕਰਦੇ ਨੇ ਵੀ ਹੇ ਪਰਮਾਤਮਾ ਸਾਨੂੰ ਗੁਰੂ ਦੀ ਸੰਗਤ ਬਖਸ਼, ਤਾਂ ਜੋ ਅਸੀਂ ਮੂਰਖ ਪਾਪੀ ਵੀ ਸੰਗਤ ਨਾਲ ਲਾ ਕੇ ਤਰ ਜਾਈਏ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਸੰਗਤ ਮੇਲ ਕਿਰਪਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਹਮ ਮੂੜ ਪਾਪੀ ਜਿਤ ਲਗ ਤਰਾ, ਹਮ ਮੂੜ ਪਾਪੀ ਜਿਤ ਲਗ ਤਰਾ, ਸੋ ਕਹਿੰਦੇ ਹੇ ਪਰਮਾਤਮਾ ਸਾਨੂੰ ਗੁਰੂ ਦੀ ਸੰਗਤ 'ਚ ਮਿਲਾ। ਅਸੀਂ ਮੂਰਖ ਹਾਂ, ਅਸੀਂ ਪਾਪੀ ਹਾਂ, ਉਹਦੀ ਸੰਗਤ 'ਚ ਅਸੀਂ ਤਰ ਜਾਵਾਂਗੇ। ਸੋ ਪਰਮਾਤਮਾ ਅਤੇ ਗੁਰੂ ਦੀ ਫਿਰ ਇਨਸਾਨ 'ਤੇ ਬੜੀ ਕਿਰਪਾ ਹੁੰਦੀ ਹੈ, ਕਿਉਂਕਿ ਪਰਮਾਤਮਾ ਨੇ ਇਹ ਜੀਵਾਂ ਦੇ ਭਲੇ ਲਈ ਸੰਸਾਰ 'ਤੇ ਸਾਧੂ ਭੇਜਣੇ, ਗੁਰੂ ਭੇਜਣੇ। ਜਿਹੜਾ ਆਪਣਾ ਭਲਾ ਚਾਹੁੰਦਾ ਹੈ ਉਹਨਾਂ ਦੀ ਸੰਗਤ 'ਚ ਆ ਜਾਂਦਾ, ਜਿਹੜਾ ਨਹੀਂ ਚਾਹੁੰਦਾ ਹੈ ਠੀਕ ਹੈ ਫਿਰੀ ਜਾ ਜਿੱਥੇ ਮਰਜ਼ੀ ਹੋਵੇ। ਗੌੜੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ। ਪੰਚਮ ਪਾਤਸ਼ਾਹ ਦੀ ਬੜੀ ਪ੍ਰਸਿੱਧ ਬਾਣੀ ਹੈ। ਜਿਵੇਂ ਗੁਰੂ ਨਾਨਕ ਦੀ ਸਭ ਤੋਂ ਪ੍ਰਸਿੱਧ ਬਾਣੀ ਜਪਜੀ ਸਾਹਿਬ ਹੈ, ਤੀਸਰੇ ਪਾਤਸ਼ਾਹ ਦੀ ਸਭ ਤੋਂ ਪ੍ਰਸਿੱਧ ਬਾਣੀ ਆਨੰਦ ਸਾਹਿਬ ਹੈ, ਪੰਚਮ ਪਾਤਸ਼ਾਹ ਦੀ ਸਭ ਤੋਂ ਪ੍ਰਸਿੱਧ ਬਾਣੀ ਸੁਖਮਨੀ ਸਾਹਿਬ ਹੈ, ਅਤੇ ਚੌਥੇ ਪਾਤਸ਼ਾਹ ਦੀ ਸਭ ਤੋਂ ਪ੍ਰਸਿੱਧ ਬਾਣੀ ਲਾਵਾਂ ਨੇ, ਉਹ ਲਾਵਾਂ ਨੇ ਚਾਰੇ। ਨੌਵੇਂ ਪਾਤਸ਼ਾਹ ਦੀ ਸਭ ਤੋਂ ਪ੍ਰਸਿੱਧ ਬਾਣੀ ਹੈ ਨੌਵੇਂ ਮਹੱਲੇ ਦੇ ਸ਼ਲੋਕ, ਭੋਗ ਦੇ ਸ਼ਲੋਕ। ਇਹ ਉਹਨਾਂ ਦੀ ਪ੍ਰਸਿੱਧ ਬਾਣੀਆਂ ਨੇ ਜਿਹੜੀਆਂ ਆਮ ਲੋਕਾਂ ਦੇ ਮੂੰਹ ਚੜ੍ਹ ਜਾਂਦੀਆਂ। ਬਹੁਤ ਸਾਰੇ ਸਿੱਖ ਨੇ ਜਿਹੜੇ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ। ਅੰਮ੍ਰਿਤਧਾਰੀ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ, ਕਿਉਂਕਿ ਨਿਤਨੇਮੀ ਹੈ। ਉਹ ਆਨੰਦ ਸਾਹਿਬ ਦਾ ਪਾਠ ਕਰਦਾ ਹੈਗਾ, ਕਿਉਂਕਿ ਨਿਤਨੇਮ 'ਚ ਆਉਂਦਾ ਹੀ ਆਉਂਦਾ ਹੈ। ਉਹ ਚੌਪਈ ਸਾਹਿਬ ਦੇ ਪਾਠ ਕਰਦਾ ਹੈ ਦਸਵੇਂ ਪਾਤਸ਼ਾਹ ਦੇ, ਕਿਉਂਕਿ ਨਿਤਨੇਮ ਸ਼ਾਮਿਲ ਹੈ। ਪਰ ਕਈ ਅੰਮ੍ਰਿਤਧਾਰੀ ਸਿੰਘ ਰੋਜ਼ ਸੁਖਮਨੀ ਸਾਹਿਬ ਦਾ ਵੀ ਪਾਠ ਕਰਦੇ ਨੇ। ਭਜਨਬੰਦੀ ਜਿੰਨੀ ਕੀਤੀ ਜਾਵੇ ਉਨਾ ਹੀ ਲਾਭ ਹੈ। ਸਿਰਫ ਇੰਨਾ ਕਿ ਆਪਣੀ ਆਪਣੀ ਪਸੰਦ ਹੁੰਦੀ ਬੰਦੇ ਦੀ। ਜਿਵੇਂ ਚਾਰ ਬੰਦੇ ਬੈਠੇ ਆਪੇ ਲਾਗੇ ਕਲਾਕਾਰ,
ਇੱਕ ਨੂੰ ਕਹਿੰਦੇ ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਧ ਕਿਹੜੀ ਚੀਜ਼ ਚੰਗੀ ਲੱਗਦੀ? ਕਹਿੰਦਾ ਮੈਨੂੰ ਨੇ ਜਪਜੀ ਸਾਹਿਬ। ਦੂਜੇ ਨੂੰ ਪੁੱਛਿਆ ਤੈਨੂੰ ਕੀ ਚੰਗਾ ਲੱਗਦਾ? ਕਹਿੰਦਾ ਮੈਨੂੰ ਆਨੰਦ ਸਾਹਿਬ। ਤੀਜੇ ਨੂੰ ਪੁੱਛਿਆ ਤੈਨੂੰ ਕੀ ਚੰਗਾ ਲੱਗਦਾ? ਕਹਿੰਦੇ ਮੈਨੂੰ ਸੁਖਮਨੀ ਸਾਹਿਬ। ਚੌਥੇ ਨੂੰ ਪੁੱਛਿਆ ਤੈਨੂੰ ਕੀ ਚੰਗਾ ਲੱਗਦਾ? ਕਹਿੰਦਾ ਮੈਨੂੰ ਨੌਵੇਂ ਮਹੱਲੇ ਦੇ ਸ਼ਲੋਕ। ਪੰਜਵੇਂ ਨੂੰ ਪੁੱਛਿਆ ਤੈਨੂੰ ਕੀ ਚੰਗਾ ਲੱਗਦਾ? ਕਹਿੰਦੇ ਮੈਨੂੰ ਅਰਦਾਸ। ਕਹਿੰਦੇ ਕਿਉਂ? ਉਦੋਂ ਬਾਅਦ ਕਿਆ ਦੇਗ ਮਿਲਦੀ ਹੈ। ਸੋ ਇਸ ਲਈ ਆਪਣੀ ਆਪਣੀ ਪਸੰਦ ਹੈ। ਸੋ ਪੰਚਮ ਪਾਤਸ਼ਾਹ ਸੁਖ ਮਣੀ, ਸੁੱਖਾਂ ਦੀ ਮਣੀ, ਉਹ ਮਣੀ ਜਿਹੜੀ ਸੁੱਖ ਦਿੰਦੀ ਹੈ। ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਪਾ ਪਰਮਾਤਮਾ। ਕਿਉਂਕਿ ਪੁਰਾਣੇ ਜ਼ਮਾਨੇ 'ਚ ਨਾ ਕਈ ਰੱਬ ਮੰਨੇ ਜਾਂਦੇ ਸਨ, ਅਤੇ ਗੁਰੂ ਮਹਾਰਾਜ ਕਹਿੰਦੇ ਰੱਬ ਇੱਕੋ ਹੀ ਹੁੰਦਾ, ਇਸ ਲਈ ਉਹਨਾਂ ਨੇ ਏਕਾ ਲਾਤਾ। ਏਕ ਭਾਈ ਗੁਰਦਾਸ ਜੀ ਦੇ ਉਚਾਰਨ ਕਰਦੇ ਏਕ, ਪਰ ਅੱਜ ਸਿੱਖ ਕੌਮ 'ਚ ਪ੍ਰਚਲਿਤ ਹੈ ਇੱਕ। ਇੱਕ ਓੰਕਾਰ, ਊੜੇ ਦਾ ਮੂੰਹ ਖੁੱਲ੍ਹਾ ਰੱਖਿਆ ਹੋਇਆ ਹੈ। ਜਿਵੇਂ ਹਿੰਦੂ ਵੀ ਲਿਖਦੇ ਓਮ, ਉਹ ਲੰਮੀ ਆਵਾਜ਼ ਪੜ੍ਹਦੇ ਓਮ। ਓ ਆੜਾ ਮੰਮਾ ਓਮ, ਇਸ ਤਰ੍ਹਾਂ ਕਰਦੇ। ਇਹ ਬੰਦ ਇਸ ਲਈ ਨਹੀਂ ਕੀਤਾ ਕਿ ਉਹ ਜਿਹੜੇ ਨਿਰਗੁਣ ਪਰਮਾਤਮਾ ਹੈ, ਇੱਕ ਨਿਰਗੁਣ ਸਰੂਪ ਹੈ, ਉਹਦਾ ਸਰਗੁਣ ਸਰੂਪ ਵੀ ਹੈ ਓਂਕਾਰ। ਬੰਦ ਇਸ ਲਈ ਨਹੀਂ ਕੀਤਾ ਕਿ ਜਿਹੜਾ ਹੈ ਸਰਗੁਣ ਸਰੂਪ ਲਗਾਤਾਰ ਵੱਧਦਾ ਜਾ ਰਿਹਾ ਹੈ, ਉਹਦੀ ਸ੍ਰਿਸ਼ਟੀ ਦੇ ਜੀਵ ਲਗਾਤਾਰ ਵੱਧਦੇ ਜਾ ਰਹੇ, ਇਸ ਲਈ ਉੱਤੋਂ ਮੂੰਹ ਬੰਦ ਨਹੀਂ ਕੀਤਾ, ਖੁੱਲ੍ਹਾ। ਸੋ ਸਿੱਧਾ ਅਰਥ ਹੈ ਪਰਮਾਤਮਾ। ਉਹ ਪਰਮਾਤਮਾ ਜੋ ਨਿਰਗੁਣ ਵੀ ਹੈ ਅਤੇ ਜੋ ਸਰਗੁਣ ਵੀ ਹੈ। ਜੋ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ ਉਹ ਨਿਰਗੁਣ ਹੈ, ਜੋ ਇਹਨਾਂ ਅੱਖਾਂ ਨਾਲ ਦਿਖਾਈ ਦੇ ਰਿਹਾ ਸਰਗੁਣ ਹੈ। ਜਿੰਨਾ ਕੁਛ ਵੀ ਸੰਸਾਰ 'ਚ ਦਿਸ ਰਿਹਾ ਹੈ ਇਹ ਪਰਮਾਤਮਾ ਦਾ ਸਰਗੁਣ ਸਰੂਪ ਹੈ ਪਰਮਾਤਮਾ ਹੀ ਆਪਾਂ ਸਾਰੇ ਬੈਠੇ, ਸਿਰਫ ਉਹਦਾ ਸਰਗੁਣ ਸਰੂਪ ਬੈਠੇ ਹਾਂ। ਸੋ ਪਰਮਾਤਮਾ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਕਹਿੰਦੇ ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ਼੍ਰੀ ਗੁਰਦੇਵੇ ਨਮਹਿ। ਆਦ ਗੁਰੂ ਪਰਮਾਤਮਾ, ਪਰਮਾਤਮਾ ਨੂੰ ਨਮਸਕਾਰ ਹੈ। ਜੁਗਾਦ ਗੁਰੇ, ਜੋ ਯੁੱਗਾਂ ਤੋਂ ਗੁਰੂ ਹੈ, ਜਦੋਂ ਯੁੱਗ ਸ਼ੁਰੂ ਹੋਏ ਉਦੋਂ ਦਾ ਜਿਹੜਾ ਗੁਰੂ ਹੈ ਉਹ ਪਰਮਾਤਮਾ ਹੀ ਹੈ, ਉਸ ਨੂੰ ਨਮਸਕਾਰ ਹੈ, ਨਮः ਨਮਸਕਾਰ। ਕਈ ਹਿੰਦੀ ਵਾਲੇ ਦਾ ਨਮः ਇਸ ਤਰ੍ਹਾਂ ਵਿਚਾਰਨ ਕਰਦੇ, ਆਦ ਗੁਰੇ ਨਮः, ਜੁਗਾਦ ਗੁਰੇ ਨਮः। ਆਪਾਂ ਕਿਉਂਕਿ ਫਿਰ ਉਹ ਜਿਹੜਾ ਹਾਹੇ ਤੱਕ ਪਹਿਲਾ ਅੱਖਰ ਜਿਹੜਾ ਮੁਕਤਾ ਹੈ ਉਹਨੂੰ ਦਿਲਾਂ ਲਾ ਕੇ ਬੋਲਦੇ, ਨਮः ਨਮਸਕਾਰ ਨੂੰ ਕਹਿੰਦੇ। ਪੰਚਮ ਪਾਤਸ਼ਾਹ ਕਹਿੰਦੇ ਸਾਡੇ ਆਦਿ ਗੁਰੂ ਪਾ ਪਰਮਾਤਮਾ ਨੂੰ ਨਮਸਕਾਰ ਹੈ। ਜੁਗਾਦ ਗੁਰੂ ਜਿਹੜਾ ਯੁੱਗਾਂ ਤੋਂ ਹਰ ਯੁੱਗ ਤੋਂ ਗੁਰੂ ਪਾ ਪਰਮਾਤਮਾ ਉਹਨੂੰ ਸਾਡੇ ਨਮਸਕਾਰ ਹੈ। ਸਤਿਗੁਰੇ ਨਮः, ਜੋ ਸਤਿਗੁਰੂ ਹੈ ਪਾ ਪਰਮਾਤਮਾ ਉਹਨੂੰ ਸਾਡੀ ਨਮਸਕਾਰ ਹੈ। ਸ਼੍ਰੀ ਗੁਰਦੇਵ ਨਮः, ਅਤੇ ਸ਼੍ਰੀ ਗੁਰਦੇਵ ਪਾ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਜਿੰਨੇ ਕਵੀ ਸਨ ਉਹ ਜੋ ਉਹਨਾਂ ਨੇ ਗੁਰੂ ਧਾਰਨ ਕੀਤਾ ਹੁੰਦਾ ਸੀ ਉਹਦੀ ਵਡਿਆਈ ਦੇ ਵਿੱਚ ਪਹਿਲਾਂ ਸ਼ਲੋਕ ਲਿਖਿਆ ਕਰਦੇ ਸਨ, ਫਿਰ ਅੱਗੇ ਆਪਣੀ ਬਾਣੀ ਲਿਖਿਆ ਆਪਣੀ ਕਵਿਤਾ ਲਿਖਦੇ ਸਨ। ਸੋ ਪੰਚਮ ਪਾਤਸ਼ਾਹ ਨੇ ਪਰਮਾਤਮਾ ਦੇ ਸਿਫਤ ਦੇ ਵਿੱਚ ਇਹ ਸ਼ਲੋਕ ਲਿਖਿਆ, ਫਿਰ ਉਹ ਆਪਣੀ ਅੱਗੇ ਗੱਲ ਸ਼ੁਰੂ ਕਰਦੇ ਹਨ। ਸੋ ਇੱਥੇ ਚਾਰਾਂ ਦਾ ਮਤਲਬ ਪਰਮਾਤਮਾ ਨੂੰ ਹੀ ਹੈ। ਉਹ ਪਰਮਾਤਮਾ ਜੋ ਆਦਿ ਤੋਂ ਗੁਰੂ ਹੈ ਉਹਨੂੰ ਸਾਡੀ ਨਮਸਕਾਰ ਹੈ। ਉਹ ਪਰਮਾਤਮਾ ਜੋ ਯੁੱਗ ਦੇ ਆਦਿ ਤੋਂ ਗੁਰੂ ਹੈ ਉਹਨੂੰ ਸਾਡੀ ਨਮਸਕਾਰ ਹੈ। ਜੋ ਸਤਿਗੁਰ ਹੈ, ਸਦਾ ਰਹਿਣ ਵਾਲਾ ਗੁਰੂ ਹੈ, ਉਸ ਨੂੰ ਸਾਡੀ ਨਮਸਕਾਰ ਹੈ।
ਜੋ ਗੁਰੂਆਂ ਦਾ ਗੁਰੂ ਸ਼੍ਰੀ ਗੁਰਦੇਵ, ਜੋ ਗੁਰੂਆਂ ਦਾ ਗੁਰੂ ਹੈ, ਉਹਨੂੰ ਸਾਡੀ ਨਮਸਕਾਰ ਹੈ। ਅਸ਼ਟਪਦੀ, ਜਿਸ 'ਚ 8 ਪਦ ਹੋਣ। ਅਸ਼ਟ ਹਿੰਦੀ ਦਾ ਸ਼ਬਦ ਹੈ, 8। ਸਿਮਰੋਂ ਸਿਮਰ ਸਿਮਰ ਸੁਖ ਪਾਵੂੰ, ਕਲ ਕਲੇਸ਼ ਤਨ ਮਾਹੇ ਮਿਟਾਵੂੰ। ਮੈਂ ਪਰਮਾਤਮਾ ਦਾ ਸਿਮਰਨ ਕਰ ਕਰਕੇ ਸੁੱਖ ਪਾਉਂਦਾ ਹਾਂ। ਜੇ ਉਹ ਸੁੱਖ ਪਾਉਂਦੇ ਨੇ ਤਾਂ ਆਪਾਂ ਵੀ ਸੁੱਖ ਪਾ ਸਕਦੇ ਹਾਂ। ਗੱਲ ਤਾਂ ਸਾਨੂੰ ਹੀ ਸਮਝਾਈ ਹੋਈ ਹੈ। ਕਈ ਗੱਲਾਂ ਜਿਹੜੀਆਂ ਨੇ ਆਪਣੇ 'ਤੇ ਲੈ ਕੇ ਸਮਝਾਈਆਂ ਸਾਨੂੰ ਹੀ ਹੁੰਦੀਆਂ ਹਨ। ਸਿਮਰੋਂ ਸਿਮਰ ਸਿਮਰ ਸੁਖ ਪਾਵੂੰ, ਮੈਂ ਪਰਮਾਤਮਾ ਦਾ ਸਿਮਰਨ ਕਰ ਕਰਕੇ ਸੁੱਖ ਪਾਉਂਦਾ ਹਾਂ। ਕਲ ਕਲੇਸ਼ ਤਨ ਮਾਹੇ ਮਿਟਾਊਂ, ਜਿਹੜਾ ਮੇਰੇ ਤਨ ਵਿੱਚ, ਮੇਰੇ ਮਨ 'ਚ ਕਲਾ ਕਲੇਸ਼ ਚੱਲ ਰਹੀ ਹੈ, ਉਹਨੂੰ ਮੈਂ ਮਿਟਾ ਲਵਾਂ। ਸਿਮਰਨ ਨਾਲ ਅੰਦਰੋਂ ਜਿਹੜੀ ਕਲਾ ਕਲੇਸ਼ ਹੈ, ਕਿਉਂ ਮਨ ਹਮੇਸ਼ਾ ਦੁਚਿਤੀ 'ਚ ਰਹਿੰਦਾ ਹੈ। ਕਦੇ ਇੱਧਰ ਨੂੰ ਖਿੱਚਦਾ ਹੈ, ਕਦੇ ਇੱਧਰ ਨੂੰ ਖਿੱਚਦਾ ਹੈ। ਇਸ ਲਈ ਅੰਦਰ ਕਲਾ ਕਲੇਸ਼ ਰਹਿੰਦੀ ਹੈ। ਜਿਵੇਂ ਕਈ ਵਾਰੀ ਪਰਿਵਾਰ 'ਚ ਕਲਾ ਕਲੇਸ਼ ਰਹਿੰਦੀ ਹੈ। ਕੋਈ ਇੱਕ ਜਿਹੜਾ ਪੁੱਤਰ ਹੈ ਹੋਰ ਕੁਛ ਕਰਨਾ ਚਾਹੁੰਦਾ ਹੈ, ਦੂਜਾ ਪੁੱਤਰ ਹੋਰ ਕੁਛ ਕਰਨਾ ਚਾਹੁੰਦਾ ਹੈ। ਇਸ ਲਈ ਇਸੇ ਤਰ੍ਹਾਂ ਸਾਡੇ ਅੰਦਰ ਵੀ ਕਲਾ ਕਲੇਸ਼ ਰਹਿੰਦੀ ਹੈ। ਕਈ ਵਾਰੀ ਮਨ ਨੂੰ ਵੀ ਤਨ ਦੇ ਤੌਰ 'ਤੇ ਵਰਤਿਆ ਹੁੰਦਾ ਸ਼ਬਦ। ਹਾਂਜੀ, ਮਨ ਦੇ ਜਿਹੜੀ ਕਲਾ ਕਲੇਸ਼ ਹੈ, ਕਹਿੰਦੇ ਉਹਨੂੰ ਮੈਂ ਨਾਮ ਸਿਮਰਨ ਕਰਕੇ ਮਿਟਾ ਲੈਂਦਾ। ਸਿਮਰੋਂ ਜਾਸ ਬਿਸੰਬਰ ਏਕ ਹੈ। ਬਿਸੰਬਰ ਪਰਮਾਤਮਾ ਕਹਿੰਦੇ ਪੂਰਾ ਸ਼ਬਦ ਹੈ ਵਿਸ਼ਵ ਅੰਬਰ, ਵਿਸ਼ਵ ਨੂੰ ਭਰਨ ਵਾਲਾ, ਸਾਰੇ ਸੰਸਾਰ ਦਾ ਪੇਟ ਭਰਨ ਵਾਲਾ ਵਿਸ਼ਵ ਅੰਬਰ, ਉਸ ਤੋਂ ਬਣਾਇਆ ਬਿਸੰਬਰ, ਉਹ ਤੋਂ ਛੋਟਾ ਬਣਾ ਲਿਆ। ਸਿਮਰੋਂ ਜਾਸ ਬਿਸੰਬਰ ਏਕ ਹੈ, ਨਾਮ ਜਪਤ ਅਗਣਤ ਅਨੇਕ ਹੈ। ਇਹਨੂੰ ਅਗਣਤ ਨਹੀਂ ਪੜ੍ਹ ਦੇਣਾ, ਇੱਕੋ ਸ਼ਬਦ ਹੈ। ਗਣਤ ਦਾ ਵਿਰੋਧੀ ਸ਼ਬਦ ਹੈ। ਗਣਤ ਮੈਨੇ ਗਿਣਤੀ, ਅਗਣਤ ਅਣਗਿਣਤ। ਮੈਂ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ, ਜਿਹਨੂੰ ਅਨੇਕਾਂ ਹੀ ਜਪਦੇ ਹਨ, ਜਿਹਦੇ ਨਾਮ ਨੂੰ ਅਨੇਕਾਂ ਜਪਦੇ ਹਨ। ਕਹਿੰਦੇ ਮੈਂ ਉਸ ਪਰਮਾਤਮਾ ਦਾ ਨਾਮ ਜਪਦਾ, ਉਹਦਾ ਸਿਮਰਨ ਕਰਦਾ ਹਾਂ। ਵੇਦ ਪੁਰਾਣ ਸਿਮਰਤ ਸੁਧਾਖਿਰ, ਇਹ ਖੱਖੇ ਦੇ ਪੈਰ 'ਚ ਨਾ ਅੱਧਾ ਯਈਆ ਲਾਇਆ ਹੋਇਆ ਹੈ। ਜਿਸ ਅੱਖਰ ਦੇ ਹੇਠਾਂ ਅੱਧਾ ਯਈਆ ਹੋਵੇ, ਹਿੰਦੀ ਦਾ ਅਸੂਲ ਹੈ, ਜਾਂ ਤਾਂ ਅੱਧਾ ਯਈਆ ਨਾਲ ਲਿਖਿਆ ਹੋਵੇ ਜਾਂ ਪੈਰ 'ਚ ਪਾਇਆ ਹੋਵੇ। ਤਾਂ ਯਈਏ ਤੋਂ ਪਹਿਲਾਂ ਜਿਹੜਾ ਅੱਖਰ ਹੁੰਦਾ ਹੈ ਉਹਨੂੰ ਸਿਹਾਰੀ ਲੱਗਦੀ ਹੈ, ਅਤੇ ਯਈਏ ਦੀ ਆਵਾਜ਼ ਆੜਾ ਬਣ ਜਾਂਦੀ ਹੈ। ਇਹ ਜਿਹੜਾ ਅੱਧਾ ਯਈਏ ਦੀ ਆਵਾਜ਼ ਆੜਾ ਬਣ ਜਾਣੀ ਹੈ ਅਤੇ ਖੱਖੇ ਨੂੰ ਸਿਹਾਰੀ ਲੱਗ ਜਾਣੀ ਹੈ। ਜਿਵੇਂ ਅਧਿਆਪਕ, ਹਿੰਦੀ 'ਚ ਅਧਿਆਪਕ ਲਿਖਿਆ ਹੁੰਦਾ, ਤੁਸੀਂ ਨੋਟ ਕਰੋ, ਯਈਏ ਨਾਲ ਲਿਖਿਆ ਹੁੰਦਾ। ਜੇ ਕੋਈ ਗਿਆਨੀ ਨੂੰ ਪੜ੍ਹਦੇ ਅਧਿਆਪਕ ਐਂ ਪੜ੍ਹ ਦੇਗਾ, ਨਹੀਂ। ਇਹ ਤੱਦੇ ਵੀ ਯਈਆ ਲੱਗਾ ਹੋਇਆ ਹੈ। ਯਈਏ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਲੱਗ ਜਾਣੀ ਹੈ। ਅਧੇ ਹੋ ਗਿਆ ਆਪਕ, ਅਤੇ ਯਈਆ ਆੜਾ ਬਣ ਜਾਣਾ ਹੈ। ਅਧਿਆਪਕ ਲਿਖਿਆ ਹਿੰਦੀ ਅਧਿਆਪਕ ਯਈਏ ਨਾਲ ਲਿਖਿਆ ਹੁੰਦਾ ਹੈ। ਆਵਾਜ਼ ਜਿਹੜੀ ਉਹਦੀ ਫਿਰ ਆੜੇ ਵਾਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਹੈ ਸੁਦਾਖਿਰ, ਖੱਖੇ ਨੂੰ ਸਿਹਾਰੀ, ਆੜਾ ਰਾਰਾ ਹੋ ਜਾਣਾ। ਸੁਦਾਖਰ ਨਹੀਂ ਪੜ੍ਹਨਾ, ਸੁਦਾਖਿਰ ਅਰਥ ਹੈ ਸ਼ੁੱਧ ਅੱਖਰ, ਭਾਵ ਨਾਮ ਪਰਮਾਤਮਾ ਦਾ। ਵੇਦ ਪੁਰਾਣ ਸਿਮਰਤ ਸੁਦਾਖਿਰ, ਵੇਦ ਪੁਰਾਣ ਅਤੇ ਸਿਮਰਤ ਪਰਮਾਤਮਾ ਦੇ ਸ਼ੁੱਧ ਅੱਖਰਾਂ ਨਾਲ ਲਿਖੇ ਗਏ ਹਨ। ਪਰਮਾਤਮਾ ਦੇ ਨਾਮ ਦੀ ਮਹਿਮਾ ਇਹਨਾਂ 'ਚ। ਕੀਨੇ ਰਾਮ ਨਾਮ ਇੱਕ ਆਖਿਰ, ਇੱਥੇ ਖੱਖੇ ਨੂੰ ਸਿਹਾਰੀ ਲੱਗ ਗਈ, ਅੱਗੇ ਕੀ ਬਣ ਗਿਆ ਆੜਾ, ਆਖਿਰ। ਇਹ ਜਿਹੜੇ ਵੇਦ ਪੁਰਾਣ ਸਿਮਰਤੀਆਂ ਲਿਖੇ ਗਏ, ਜਿਹਨਾਂ ਦੇ ਅੱਖਰ ਬੜੇ ਪਵਿੱਤਰ ਹਨ, ਉਹ ਪਰਮਾਤਮਾ ਦੇ ਨਾਮ ਨਕਾਰਨ ਲਿਖੇ ਗਏ। ਕੀਨੇ ਰਾਮ ਨਾਮ ਇੱਕ ਆਖਿਰ, ਰਾਮ ਨਾਮ ਦੇ ਇੱਕ ਅੱਖਰ ਨੇ। ਇਹ ਕਹਿੰਦਾ ਵੇਦ ਪੁਰਾਣ ਸਿਮਰਤੀਆਂ ਲਿਖਾਏ ਹਨ।
ਕਿਨਕਾ ਏਕ ਜਿਸ ਜੀ ਬਸਾਵੇ। ਪਰਮਾਤਮਾ ਦੇ ਨਾਮ ਦਾ ਇੱਕ ਕਿਣਕਾ ਜਿਸ ਦੇ ਹਿਰਦੇ 'ਚ ਵਸ ਜੇ ਨਾ, ਤਾਂ ਕਿ ਮਹਿਮਾ ਗਣੀ ਨਾ ਆਵੇ। ਗਣੀ ਹੁੰਦੇ ਗਿਣਤੀ ਜਾਣੀ। ਉਹਦੀ ਵਡਿਆਈ ਤੇ ਗਿਣੀ ਹੀ ਨਹੀਂ ਜਾ ਸਕਦੀ। ਉਹਦੀ ਵਡਿਆਈ ਦਾ ਤਾਂ ਵਰਣਨ ਹੀ ਨਹੀਂ ਕੀਤਾ ਜਾਂਦਾ ਜਿਹਦੇ ਅੰਦਰ ਨਾਮ ਦਾ ਇੱਕ ਕਿਣਕਾ ਵੀ ਵਸ ਜਾਏ। ਭਾਵ ਥੋੜ੍ਹਾ ਜਿਹਾ ਨਾਮ ਵੀ ਜੇ ਵਸ ਜਾਵੇ। ਅਜੇ ਸਾਨੂੰ ਕਿੰਨੇ ਸਾਲ ਹੋ ਗਏ ਨਾਮ ਜਪਦੇ ਆ, ਨਾਮ ਅੰਦਰ ਵਸ ਹੀ ਨਹੀਂ ਰਿਹਾ। ਬਸ ਕੋਈ ਸਮੇਂ ਬਾਅਦ ਭੁੱਲ ਭੁਲਾ ਜਾਂਦਾ, ਇਹਦੇ ਬਾਅਦ ਨਹੀਂ ਵਸਿਆ। ਜਦੋਂ ਕੋਈ ਚੀਜ਼ ਕੋਈ ਸਮੇਂ ਬਾਅਦ ਭੁੱਲ ਭੁਲਾ ਗਈ, ਇਹਦਾ ਮਤਲਬ ਨਹੀਂ ਹਿਰਦੇ 'ਚ ਵਸੀ ਨਹੀਂ। ਜੋ ਹਿਰਦੇ 'ਚ ਵਸ ਜਾਂਦੀ ਸਦਾ ਯਾਦ ਰਹਿੰਦੀ, ਸਦਾ ਯਾਦ ਰਹਿੰਦੀ। ਹਿਰਦੇ 'ਚ ਵਸੀ ਨਹੀਂ, ਇਸ ਲਈ ਭੁੱਲ ਭੁਲਾ ਗਈ। ਆ ਜਿਹੜੇ ਲਾਭ ਕਰਦੇ ਇਹਨਾਂ ਨੂੰ ਪੁੱਛ ਕੇ ਦੇਖੋ, ਇਹਨਾਂ ਦੇ ਵਸਿਆ ਹੁੰਦਾ ਅੰਦਰ, ਇਹ ਨਹੀਂ ਭੁੱਲਦੇ। ਤਜਰਬਾ ਬਹੁਤਾ ਫਿਲਮਾਂ ਵੇਖ ਕੇ ਪਤਾ ਲੱਗਦਾ, ਕਿਉਂਕਿ ਹਰ ਕਿਤੇ ਪ੍ਰੈਕਟੀਕਲ ਲਾਈਫ ਤਾਂ ਉਸ ਤਰ੍ਹਾਂ ਦੀ ਹੋਣੀ ਹੁੰਦੀ ਨਹੀਂ ਹੈ। ਪਰ ਉਹ ਫਿਰ ਵਾਹਵਾ ਵਿਖਾ ਦਿੰਦੇ ਵੀ ਦੇਖ ਆ, ਇਹਨੂੰ ਕਹਿੰਦੇ ਲਾਭ। ਜਦੋਂ ਇੰਨਾ ਪਿਆਰ ਸਾਡਾ ਪਰਮਾਤਮਾ ਨਾਲ ਹੋ ਜਾਏਗਾ, ਕਿਸੇ ਵੇਲੇ ਵੀ ਸਾਡੀ ਗੱਲ ਬਣ ਸਕਦੀ ਹੈ। ਅਜੇ ਤਾਂ ਪਿਆਰ ਹੀ ਨਹੀਂ ਪਿਆ ਹੈਗਾ। ਪਿਆਰ ਉਹਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਹੌਲੀ ਹੌਲੀ ਉਹਦੇ ਨਾਲ ਪਿਆਰ ਪੈਦਾ ਹੋ ਜਾਏਗਾ। ਫਿਰ ਜਿਹਦੇ ਨਾਲ ਪਿਆਰ ਹੋਵੇ ਨਾ, ਫਿਰ ਪਿਆਰਾ ਭੁੱਲਿਆ ਨਹੀਂ ਕਰਦਾ, ਅਤੇ ਜਿਹੜਾ ਭੁੱਲ ਜੇ ਉਹ ਪਿਆਰਾ ਨਹੀਂ ਹੁੰਦਾ। ਸਿੱਧਾ ਹਿਸਾਬ ਹੈ। ਸੋ ਇਸ ਲਈ ਸਾਡਾ ਜੇ ਰੱਬ ਨਾਲ ਪਿਆਰ ਹੀ ਨਹੀਂ ਪਿਆ, ਇਸ ਲਈ ਕਿੰਨੇ ਕਿੰਨੇ ਘੰਟੇ ਰੱਬ ਭੁੱਲਿਆ ਰਹਿੰਦਾ ਹੈ। ਕਿਨਕਾ ਏਕ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਨਾਮ ਦਾ ਇੱਕ ਕਿਨਕਾ ਵਿੱਚ ਜਿਸ ਦੇ ਹਿਰਦੇ 'ਚ ਪਰਮਾਤਮਾ ਵਸਾ ਦਿੰਦਾ ਨਾ, ਉਹਦੀ ਵਡਿਆਈ ਦਾ ਤਾਂ ਵਰਣਨ ਹੀ ਨਹੀਂ ਹੋ ਸਕਦਾ ਮਹਿਮਾ ਦਾ। ਕਾਂਖੀ ਏਕੈ ਦਰਸ ਤੁਹਾਰ। ਹਿੰਦੀ ਦਾ ਸ਼ਬਦ ਹੈ ਆਕਾਂਖਸ਼ੀ। ਆਕਾਂਖਸ਼ੀ ਹੁੰਦੇ ਇੱਛੁਕ, ਉਸ ਤੋਂ ਛੋਟਾ ਬਣਾਇਆ ਕਾਂਖੀ। ਹੇ ਪਰਮਾਤਮਾ, ਮੈਂ ਤੇਰੇ ਦਰਸ਼ਨਾਂ ਦਾ ਇੱਛੁਕ ਹਾਂ। ਕਾਂਖੀ ਹਿੰਦੀ ਦਾ ਪੂਰੇ ਸ਼ਬਦ ਆਕਾਂਖਸ਼ੀ, ਇੱਛਾ ਰੱਖਣ ਵਾਲਾ। ਉੱਥੋਂ ਗੁਰਬਾਣੀ ਛੋਟਾ ਬਣਾਇਆ ਕਾਂਖੀ। ਕਾਂਖੀ ਏਕੈ ਦਰਸ ਤੁਹਾਰੋ। ਮੈਂ ਤਾਂ ਤੁਹਾਡੇ ਦਰਸ਼ਨਾਂ ਦਾ ਇੱਛੁਕ ਹਾਂ। ਨਾਨਕ ਉਨ ਸੰਗ ਮੋਹੇ ਉਧਾਰੋ। ਜਿਹੜੇ ਤੇਰੇ ਦਰਸ਼ਨਾਂ ਦੇ ਇੱਛੁਕ ਹਨ, ਗੁਰੂ ਮਾਰ ਕੇ ਉਹਨਾਂ ਦੀ ਸੰਗਤ ਮੈਨੂੰ ਦਿਓ, ਤਾਂ ਜੋ ਮੇਰਾ ਵੀ ਪਾਰ ਉਤਾਰਾ ਹੋ ਜਾਏ। ਕਾਂਖੀ ਏਕੈ ਦਰਸ ਤੁਹਾਰੋ। ਹੇ ਪਰਮਾਤਮਾ, ਜਿਹੜੇ ਸਿਰਫ ਅਤੇ ਸਿਰਫ ਤੇਰੇ ਦਰਸ਼ਨਾਂ ਦੇ ਇੱਛੁਕ ਹਨ, ਨਾਨਕ ਉਨ ਸੰਗ ਮੋਹੇ ਉਧਾਰੋ। ਗੁਰੂ ਮਹਾਰਾਜ ਕਹਿੰਦੇ, ਹੇ ਪਰਮਾਤਮਾ, ਉਹਨਾਂ ਦੀ ਸੰਗਤ ਦੇ ਕੇ ਸਾਡਾ ਵੀ ਪਾਰ ਉਤਾਰਾ ਕਰ ਦਿਓ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਕੀ ਹੈ? ਇਹ 'ਚ ਪਰਮਾਤਮਾ ਦਾ ਨਾਮ ਹੈ, ਉਹ ਸੁਖ ਦੇਣ ਵਾਲਾ ਹੈ। ਸੁਖਮਨੀ ਦੇ ਵਿੱਚ ਪਰਮਾਤਮਾ ਦਾ ਅਮਰ ਕਰ ਦੇਣ ਵਾਲਾ ਨਾਮ ਹੈ, ਅੰਮ੍ਰਿਤ ਨਾਮ ਅਮਰ ਕਰ ਦੇਣ ਵਾਲਾ ਨਾਮ ਹੈ। ਇਸ ਲਈ ਸੁਖਮਨੀ ਸੁਖ ਦਿੰਦੀ। ਸੁਖੀ ਹੋਣ ਲਈ ਲੋਕ ਸੁਖਮਨੀ ਸਦਾ ਪਾਠ ਕਰਦੇ ਹਨ। ਬਾਕੀ ਤੁਸੀਂ ਕਿਸ ਭਾਵਨਾ ਲੈ ਕੇ ਪਾਠ ਕਰੋ, ਤੁਹਾਡੀ ਉਹ ਭਾਵਨਾ ਪੂਰੀ ਹੋਣੀ ਹੈ। ਬਾਣੀ ਨੇ ਤੁਹਾਡੀ ਉਹ ਭਾਵਨਾ ਪੂਰੀ ਕਰਦੇ ਜਿਸ ਭਾਵਨਾ ਲੈ ਕੇ ਤੁਸੀਂ ਪਾਠ ਕਰ ਰਹੇ ਹੋ। ਸਿਰਫ ਇੰਨੀ ਬਾਣੀ ਕਹਿੰਦੀ ਕਿ ਭਾਈ ਸਾਡੀ ਬਾਣੀ ਨਾਲ ਕਿਸੇ ਦਾ ਮਾੜਾ ਨਹੀਂ ਮੰਗਣਾ, ਕਿਸੇ ਦਾ ਬੁਰਾ ਨਹੀਂ ਕਰਨਾ। ਸੱਚੇ ਪਾਤਸ਼ਾਹ ਇਹਦਾ ਫਲਾਣਾ ਆਹ ਹੋ ਜੇ, ਦਾ ਹੋ ਜੇ। ਹਾਂ, ਆਪਣਾ ਭਲਾ ਮੰਗਣਾ, ਕਿਸੇ ਦਾ ਬੁਰਾ ਨਹੀਂ ਮੰਗਣਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਦੇ ਵਿੱਚ ਪਰਮਾਤਮਾ ਦਾ ਅੰਮ੍ਰਿਤਮਈ ਨਾਮ ਹੈ, ਇਸ ਲਈ ਸੁਖਮਨੀ ਸੁਖ ਦਿੰਦੀ ਹੈ। ਭਗਤ ਜਨਾਂ ਕੈ ਮਨ ਬਿਸਰਾਮ। ਇਹ ਪਰਮਾਤਮਾ ਜਿਹੜਾ ਨਾਮ ਹੈ ਨਾ, ਇਹ ਭਗਤ ਜਨਾਂ ਦੇ ਮਨ 'ਚ ਵਸਦਾ ਹੈ। ਸਾਡੇ ਤਾਂ ਮਨ 'ਚ ਵਸਦਾ ਹੀ ਨਹੀਂ ਹੈਗਾ, ਨਹੀਂ ਤਾਂ ਅਸੀਂ ਵੀ ਸੁਖੀ ਹੋ ਜਾਂਦੇ। ਇਹ ਤਾਂ ਭਗਤਾਂ ਦੇ ਮਨ 'ਚ ਵਸਦਾ ਹੈ, ਕਿਉਂਕਿ ਭਗਤ ਕਹਿੰਦੇ ਹੀ ਉਹਨੂੰ ਨੇ ਜਿਹਦੇ ਪਰਮਾਤਮਾ ਦਾ ਨਾਮ ਜਿਹਦੇ ਹਿਰਦੇ 'ਚ ਵਸ ਜੇ, ਜਿਹਨੂੰ ਕਦੇ ਪਰਮਾਤਮਾ ਭੁੱਲੇ ਹੀ ਨਾ, ਜਿਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੋਵੇ, ਉਹਨੂੰ ਸੰਤ, ਉਹਨੂੰ ਭਗਤ ਕਹਿੰਦੇ ਹਨ। ਸੋ ਪਰਮਾਤਮਾ ਜਿਹੜਾ ਨਾਮ ਹੈ, ਇਹ ਭਗਤ ਇਹਨਾਂ ਦੇ ਮਨ ਦੇ ਵਿੱਚ ਵਸਦਾ ਹੈ। ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ।
ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਨਾ ਦੁਬਾਰਾ ਜੂਨੀ 'ਚ ਹੀ ਨਹੀਂ ਆਉਂਦਾ, ਉਹ ਦੁਬਾਰਾ ਮਾਤਾ ਦੇ ਪੇਟ 'ਚ ਨਹੀਂ ਵਸਦਾ। ਗਰਭ ਮਾਤਾ ਦੇ ਪੇਟ ਨੂੰ ਕਹਿੰਦੇ। ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਪਰਮਾਤਮਾ ਦੇ ਸਿਮਰਨ ਕਰਨ ਨਾਲ ਮਨੁੱਖ ਦੁਬਾਰਾ ਮਾਤਾ ਦੇ ਪੇਟ 'ਚ ਨਹੀਂ ਆਉਂਦਾ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪਰਮਾਤਮਾ ਦਾ ਸਿਮਰਨ ਕਰਨ ਨਾਲ ਉਹ ਜਮ ਜਿਹੜਾ ਜੀਵ ਨੂੰ ਦੁੱਖ ਦਿੰਦਾ ਹੈ, ਉਹ ਸਿਮਰਨ ਕਰਨ ਵਾਲੇ ਤੋਂ ਨਸੈ ਭੱਜ ਜਾਂਦਾ ਹੈ। ਪਰਮਾਤਮਾ ਦੇ ਸਿਮਰਨ ਤੋਂ ਉਹ ਜਮ ਜਿਹੜਾ ਸਾਨੂੰ ਦੁੱਖ ਦਿੰਦਾ ਉਹ ਵੀ ਦੌੜ ਜਾਂਦਾ ਹੈ। ਕਿਉਂਕਿ ਗੁਰਬਾਣੀ ਕਹਿੰਦੇ ਜਿਹੜਾ ਨਾਮ ਜਪਦਾ ਉਹਨੂੰ ਜਮਦੂਤ ਲੈਣ ਹੀ ਨਹੀਂ ਆਉਂਦੇ। ਗੱਲ ਨਿਬੜੀ ਬਸ। ਨਾ ਉਹ ਦੁਬਾਰਾ ਜਨਮ ਲਵੇ, ਗਰਭ ਨਾ ਬਸੇ। ਸਿਮਰਨ ਕਰਨ ਵਾਲਾ ਦੁਬਾਰਾ ਜੂਨੀ 'ਚ ਨਹੀਂ ਪੈਂਦਾ। ਉਹਨੂੰ ਜਮਦੂਤਾਂ ਦਾ ਕੋਈ ਦੁੱਖ ਨਹੀਂ, ਕਿਉਂਕਿ ਜਮਦੂਤ ਵੇਖ ਕੇ ਹੀ ਭੱਜ ਜਾਂਦਾ ਹੈ। ਪ੍ਰਤਾਪ ਤੁਮਾਰਾ ਦੇ ਕੇ ਜਮਦੂਤ ਭਗ ਜਾਈ, ਭੱਜ ਜਾਂਦਾ। ਪ੍ਰਭ ਕੈ ਸਿਮਰਨ ਕਾਲ ਪਰਹਰ। ਪਰਹਰ ਤਿਆਗ ਦੇਣਾ। ਪਰਮਾਤਮਾ ਦੇ ਸਿਮਰਨ ਜਿਹੜਾ ਕਾਲ ਮੌਤ ਦਾ ਦੁੱਖ ਹੈ ਉਹ ਦੂਰ ਹੋ ਜਾਂਦਾ ਹੈ। ਕਾਲ ਨੇ ਤੇ ਆਉਣਾ ਹੀ ਆਉਣਾ। ਹਰ ਇਨਸਾਨ ਨੇ ਮਰਨਾ ਹੀ ਮਰਨਾ ਹੈ, ਪਰ ਜਿਹੜਾ ਮੌਤ ਦਾ ਦੁੱਖ ਹੈ ਨਾ, ਇਹ ਮੌਤ ਤੋਂ ਵੀ ਮਨੁੱਖ ਨੂੰ ਮਾੜਾ ਲੱਗਦਾ ਹੈ। ਔਰ ਕਹਿੰਦਾ ਜੋ ਤੇਰੇ ਕੋਲ ਦੇ ਦੇ, ਨਹੀਂ ਮੈਂ ਤੈਨੂੰ ਮਾਰ ਦਿਆਂਗਾ। ਮਰਨ ਤੋਂ ਸਾਰੇ ਲੋਕ ਡਰਦੇ ਨੇ, ਇਸ ਲਈ ਜੋ ਕੁਛ ਹੁੰਦਾ ਦੇ ਦਿੰਦੇ, ਮਤਲਬ ਇੱਕ ਵਾਰੀ ਕਿਹੜਾ ਚੜਾ ਲਈ ਹੈ। ਇਸ ਲਈ ਫਿਰ ਪਰਮਾਤਮਾ ਦੇ ਸਿਮਰਨ ਜਿਹੜਾ ਕਾਲ ਹੈ ਨਾ, ਉਹ ਪਰਾਂ ਹੋ ਜਾਂਦਾ, ਹਟ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਟਰੈ ਹੁੰਦਾ ਟਲ ਜਾਣਾ। ਪਰਮਾਤਮਾ ਦਾ ਸਿਮਰਨ ਕਰਨ ਨਾਲ ਦੁਸ਼ਮਣ ਵੀ ਟਲ ਜਾਂਦਾ ਹੈ। ਪੰਚਮ ਪਾਤਸ਼ਾਹ ਵੇਲੇ ਸੁਲੀ ਖਾਨ ਆ ਰਿਹਾ ਜੀ। ਪੰਚਮ ਪਾਤਸ਼ਾਹ ਦੇ ਪੁੱਤਰ ਵੱਡੇ ਦੇ ਆਖੇ ਲੱਗ ਗਏ। ਸੁਲੀ ਖਾਨ ਪੁੱਛਦਾ ਉਸ ਨੂੰ ਕਿ ਪੰਚਮ ਪਾਤਸ਼ਾਹ ਕੋਲ ਕਿੰਨੀ ਕੁ ਫੌਜ ਹੈ? ਕਿ ਉਹਦੇ ਕੋਲ ਕੋਈ ਫੌਜ ਨਹੀਂ। ਕਹਿੰਦਾ ਫਿਰ ਤਾਂ ਮਿੰਟ 5 ਲੱਗਣੇ ਨੇ, ਮੈਂ ਹੁਣੇ ਤੈਨੂੰ ਗੁਰਗੱਦੀ ਦਿਲਾ ਦਿੰਦਾ। ਜਦੋਂ ਪਤਾ ਲੱਗਿਆ ਵੀ ਸੁਲੀ ਖਾਨ ਹਮਲਾ ਕਰਨ ਆ ਰਿਹਾ ਹੈ, ਸਿੱਖ ਪੰਚਮ ਪਾਤਸ਼ਾਹ ਕੋਲ ਇਕੱਠੇ ਹੋਏ। ਕਹਿ ਜੀ ਕੋਈ ਚਿੱਠੀ ਲਿਖਦੀ ਆਪਾਂ ਵੀ ਭਾਈ ਤੇਰਾ ਸਾਡਾ ਕਾਹਦਾ ਝਗੜਾ, ਤੂੰ ਕਿਉਂ ਸਾਡੇ ਨਾਲ ਲੜਨ ਆ ਰਿਹਾ? ਜਾਂ ਕੋਈ 2 ਬੰਦੇ ਅੱਗੇ ਭੇਜ ਦਈਏ ਵੀ ਸੁਲ੍ਹਾ ਸਫਾਈ ਹੋ ਜਾਏ। ਗੁਰੂ ਮਹਾਰਾਜ ਕੇ ਨਹੀਂ, ਨਾ ਕੋਈ ਚਿੱਠੀ ਭੇਜਣੀ ਹੈ, ਨਾ ਕੋਈ ਬੰਦੇ। ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ। ਬਸ ਸਾਡਾ ਤਾਂ ਪਰਮਾਤਮਾ 'ਤੇ ਓਟ ਆਸਰਾ ਹੈ। ਉਹਨਾਂ ਨੇ ਪਰਮਾਤਮਾ ਦਾ ਓਟ ਆਸਰਾ ਲੈ ਲਿਆ। ਸੁਲੀ ਖਾਨ ਪਹਿਲਾਂ ਜਿਹੜਾ ਹੈ ਉਹਦੇ ਕੀ ਸੀ, ਵੱਡੇ ਪੁੱਤਰ ਦਾ ਪ੍ਰਿਥੀ ਚੰਦ। ਪ੍ਰਿਥੀ ਚੰਦ ਦਾ ਪਿੰਡ ਸੀ ਹੇਹਰ। ਉਹਦੇ ਪਿੰਡ ਪਹਿਲਾਂ ਆਇਆ, ਲਾਹੌਰ ਤੋਂ ਚੱਲ ਕੇ। ਪ੍ਰਿਥੀ ਚੰਦ ਨੇ ਉਦੋਂ ਆਵੇ ਪਾਏ ਹੋਏ ਸਨ, ਭਾਂਡੇ ਪਕਾ ਰਿਹਾ ਸੀ। ਉਹ ਕਹਿੰਦਾ ਅੱਜ ਤੈਨੂੰ ਮੈਂ ਆਪਣੇ ਆਵੇ ਵਿਖਾਵਾਂ। ਸੁਲੀ ਖਾਨ ਘੋੜੇ 'ਤੇ ਚੜ੍ਹ ਕੇ ਆਵੇ ਦੇਖਣ ਚਲੇ ਗਏ। ਪਰਮਾਤਮਾ ਦਾ ਐਸਾ ਭਾਣਾ ਕਿ ਘੋੜਾ ਤਿਰਬਕ ਕੇ ਆਵੇ ਦੇ ਵਿੱਚ ਡਿੱਗ ਪਿਆ। ਘੋੜਾ ਵੀ ਅਤੇ ਸੁਲੀ ਖਾਨ ਵੀ ਅੱਗ ਵਿੱਚ ਸੜ ਗਏ। ਹੁਣ ਮੁਸਲਮਾਨਾਂ ਦੇ ਵਿਸ਼ਵਾਸ ਅਨੁਸਾਰ ਜਿਹੜਾ ਮੁਸਲਮਾਨ ਅੱਗ ਵਿੱਚ ਸੜ ਕੇ ਮਰਦਾ ਹੈ ਜਾਂ ਜਿਹਨੂੰ ਅੱਗ 'ਚ ਸਾੜਿਆ ਜਾਂਦਾ ਹੈ, ਉਹ ਨਰਕਾਂ ਨੂੰ ਜਾਂਦਾ ਹੈ। ਸੋ ਉਹਨਾਂ ਦੇ ਅਨੁਸਾਰ ਸੁਲੀ ਖਾਨ ਨਰਕਾਂ ਨੂੰ ਚਲਿਆ ਗਿਆ ਅਤੇ ਟਲ ਗਿਆ। ਦੁਸ਼ਮਣ ਪਹੁੰਚ ਹੀ ਨਹੀਂ ਸਕੇ ਉਹਨਾਂ ਤੱਕ। ਸੋ ਇਸ ਲਈ ਪਰਮਾਤਮਾ ਦੇ ਨਾਮ 'ਚ ਸ਼ਕਤੀ ਹੈ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪਰਮਾਤਮਾ ਦਾ ਸਿਮਰਨ ਕਰਨ ਦੁਸ਼ਮਣ ਵੀ ਟਲ ਜਾਂਦਾ ਹੈ। ਪ੍ਰਭ ਸਿਮਰਤ ਕਛੁ ਵਿਗੜ ਨਾ ਲੱਗੇ। ਪਰਮਾਤਮਾ ਦਾ ਸਿਮਰਨ ਕਰਨ ਨਾਲ ਕਿਸੇ ਕੰਮ 'ਚ ਵਿਗੜ ਨਹੀਂ ਪੈਂਦਾ। ਆਪਾਂ ਕੰਮ ਕਰਦੇ ਕੋਈ ਨਾ ਕੋਈ ਵਿਘਨ ਪਿਆ ਰਹਿੰਦਾ ਹੈ ਜੀ, ਕਹਿੰਦੇ ਵਿਘਨ ਨਹੀਂ ਪੈਂਦਾ ਹੈ। ਪ੍ਰਭ ਕੈ ਸਿਮਰਨ ਅਣ ਦਿਨ ਜਾਗੇ। ਪਰਮਾਤਮਾ ਦਾ ਸਿਮਰਨ ਕਰਨ ਮਨੁੱਖ ਦਿਨ ਰਾਤ ਜਾਗਦਾ ਹੈ। ਇੱਥੇ ਜਾਗਣ ਤੋਂ ਮਤਲਬ ਕਿ ਸੌਂਦਾ ਨਹੀਂ ਹੈ, ਨਹੀਂ, ਸੁਚੇਤ ਰਹਿੰਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹਮਲਿਆਂ ਤੋਂ ਸੁਚੇਤ ਰਹਿੰਦਾ। ਇਹਨੂੰ ਕਹਿੰਦੇ ਨੇ ਜਾਗਣਾ। ਪਰਮਾਤਮਾ ਦਾ ਸਿਮਰਨ ਨਾਲ ਮਨੁੱਖ ਦਿਨ ਰਾਤ ਜਾਗਦਾ ਰਹਿੰਦਾ ਹੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਪਰਮਾਤਮਾ ਦਾ ਸਿਮਰਨ ਕੇ ਡਰ ਨਹੀਂ ਲੱਗਦਾ ਹੈਗਾ। ਅੱਜ ਨਹੀਂ ਤਾਂ ਸਾਨੂੰ ਅਨੇਕਾਂ ਚੀਜ਼ਾਂ ਦਾ ਡਰ ਲੱਗਦਾ ਰਹਿੰਦਾ ਹੈ।
ਜਿਹੜੇ ਪਰਮਾਤਮਾ ਸਿਮਰਨ ਕਰਦੇ ਨੇ ਉਹਨੂੰ ਡਰ ਲੱਗਣੋਂ ਹੀ ਹਟ ਜਾਂਦਾ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਸੰਤਾਪੈ ਦੁਖੀ ਕਰਨਾ। ਪਰਮਾਤਮਾ ਸਿਮਰਨ ਕਰਨ ਨਾਲ ਦੁਖੀ ਨਹੀਂ ਕਰਦਾ। ਦੁੱਖ ਤਾਂ ਜ਼ਿੰਦਗੀ 'ਚ ਆਉਣਗੇ। ਪੰਚਮ ਪਾਤਸ਼ਾਹ ਤੋਂ ਵੱਧ ਆਪਾਂ ਸਿਮਰਨ ਨਹੀਂ ਨਾ ਕਰ ਸਕਦੇ। ਕਿੱਡਾ ਵੱਡਾ ਉਹਨਾਂ ਦੀ ਜ਼ਿੰਦਗੀ ਦੁੱਖ ਆਇਆ, ਪਰ ਉਹ ਦੁੱਖ ਨੂੰ ਉਹਨਾਂ ਨੇ ਦੁੱਖ ਨਹੀਂ ਮੰਨਿਆ ਹੈ। ਇਸ ਲਈ ਦੁੱਖ ਦੁਖੀ ਨਹੀਂ ਕਰਦਾ। ਫਿਰ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪਰਮਾਤਮਾ ਸਿਮਰਨ ਕਰਨਾ ਦੁੱਖ ਦੁਖੀ ਨਹੀਂ ਕਰਦਾ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਪਰਮਾਤਮਾ ਸਿਮਰਨ ਨਹੀਂ ਗੁਰੂ ਦੀ ਸੰਗਤ 'ਚ ਆ ਕੇ ਹੁੰਦਾ। ਸਰਬ ਨਿਦਾਨ ਨਾਨਕ ਹਰ ਰੰਗ, ਹਰੀ ਦੇ ਪਿਆਰ ਵਿੱਚ ਰੰਗ ਪਿਆਰ, ਹਰੀ ਦੇ ਪਿਆਰ ਵਿੱਚ ਹੀ ਸਾਰੇ ਖਜ਼ਾਨੇ ਹਨ। ਜਦੋਂ ਅਸੀਂ ਪਿਆਰ ਸਹਿਤ ਸਿਮਰਨ ਕਰਦੇ ਹਾਂ, ਕਹਿੰਦੇ ਸਭ ਪ੍ਰਕਾਰ ਦੇ ਖਜ਼ਾਨੇ ਸਮਾਂ ਪਾ ਕੇ ਇਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਹਨ। ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਇਸ ਲਈ ਭਾਈ ਹੁਣ ਆਪਾਂ ਪਹਿਲੀ ਅਸ਼ਟਪਦੀ ਪੜ੍ਹ ਰਹੇ ਸੀ। ਕਿੰਨੇ ਨੇ ਕਾਪੀ ਜਾ ਕੇ ਨੋਟ ਕਰ ਲਓ ਵੀ ਕਿੰਨੇ ਲਾਭ ਦੱਸੇ ਸਿਮਰਨ ਦੇ। ਐਂ ਤੁਸੀਂ ਨੋਟ ਕਰਦੇ ਜਾ। ਇਹ 24 ਅਸ਼ਟਪਦੀਆਂ ਦੇ ਵਿੱਚ ਤੁਹਾਨੂੰ 70 ਲਾਭ ਪ੍ਰਾਪਤ ਹੋਣਗੇ। ਵੀ ਸਿਮਰਨ ਦੇ 70 ਲਾਭ ਨੇ, ਇੰਨੇ ਲਾਭ ਨੇ। ਫਿਰ ਵੀ ਮਨੁੱਖ ਸਿਮਰਨ ਨਹੀਂ ਕਰਦੇ ਹੈਗੇ। ਇਹਨਾਂ ਲਾਭਾਂ ਤੋਂ ਵਾਂਝੇ ਰਹਿੰਦੇ। ਗੁਰੂ ਮਹਾਰਾਜ ਕਿਰਪਾ ਕਰਨ। ਜਿੰਨਾ ਵੀ ਸਮਾਂ ਮਿਲੇ ਬਾਣੀ ਪੜ੍ਹੋ, ਸਿਮਰਨ ਕਰੋ, ਸ਼ੁਭ ਕਰਮ ਕਰੋ, ਮੌਜ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।